ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, 10ਵੀਂ ਅਸ਼ਟਪਦੀ ਤੋਂ ਅਸੀਂ ਅੱਜ ਜੋ ਹੈ ਉਹ ਆਪਣੀ ਵਿਚਾਰ ਸ਼ੁਰੂ ਕਰਨੀ ਹੈ। ਸ਼ਲੋਕ ਉਸਤਤ ਕਰ ਹੈ ਅਨੇਕ ਜਨ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਬਿਧ ਅਨੇਕ ਪ੍ਰਕਾਰ। ਇਹ ਸ਼ਲੋਕ ਹੈ। ਸਤਿਗੁਰੂ ਕਹਿੰਦੇ ਨੇ ਕਿ ਅਨੇਕਾਂ ਜਨ ਅਨੇਕਾਂ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਨੇ। ਜਿਹੋ ਜਿਹੋ ਜੀ ਉਹਨਾਂ ਨੂੰ ਵਾਹਿਗੁਰੂ ਨੇ ਮੱਤ ਦਿੱਤੀ ਹੈ, ਜਿਹੋ ਜਿਹੋ ਜੀ ਉਹਨਾਂ ਦੇ ਧਰਮ ਦੇ ਵਿੱਚ ਵਿਧਾਨ ਨੇ, ਤੇ ਉਹ ਸਾਰੇ ਰੱਬ ਦੀ ਉਸਤਤ ਕਰਦੇ ਨੇ। ਪਰ ਰੱਬ ਕਿਵੇਂ ਦਾ ਹੈ? ਅੰਤ ਨਾ ਪਾਰਾਵਾਰ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦਾ ਪਰਲਾ ਪਾਸਾ ਨਹੀਂ ਲੱਭਿਆ ਜਾ ਸਕਦਾ। ਜਿਸ ਤਰ੍ਹਾਂ ਸਾਡੇ ਘਰ ਦੀ ਦੀਵਾਰ ਹੁੰਦੀ ਹੈ, ਉਹਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਜਿਹੜੀ ਆ ਸਾਨੂੰ ਆਰਾਮ ਦੇ ਨਾਲ ਮਿਲ ਜਾਂਦੀ ਹੈ, ਪਰ ਜਿਹੜਾ ਸਮੁੰਦਰ ਹੁੰਦਾ ਉਹਦਾ ਦੂਸਰਾ ਕਿਨਾਰਾ ਸਾਨੂੰ ਨਜ਼ਰ ਹੀ ਨਹੀਂ ਆਉਂਦਾ। ਪਾਰਾਵਾਰ ਦਾ ਮਤਲਬ ਹੁੰਦਾ ਵੀ ਦੂਸਰਾ ਕਿਨਾਰਾ, ਭਾਵ ਕਿ ਇਹ ਅਨੇਕਾਂ ਲੋਕ ਰੱਬ ਦੀ ਤਾਰੀਫ ਕਰਦੇ ਨੇ, ਰੱਬ ਦਾ ਪਰਲਾ ਪਾਸਾ ਨਹੀਂ ਲੱਭਿਆ ਜਾ ਸਕਦਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਨਾਨਕ ਰਚਨਾ ਪ੍ਰਭ ਰਚੀ, ਐ ਨਾਨਕ ਪ੍ਰਭੂ ਨੇ ਇਸ ਰਚਨਾ ਨੂੰ, ਇਸ ਕੁਦਰਤ ਨੂੰ ਰਚਿਆ ਹੈ। ਕਿਵੇਂ? ਬਹੁ ਬਿਧ ਅਨੇਕ ਪ੍ਰਕਾਰ, ਬਹੁਤ ਤਰੀਕਿਆਂ ਦੇ ਨਾਲ ਤੇ ਬੜਿਆਂ ਤਰੀਕਿਆਂ ਦੀ ਇਹ ਰਚਨਾ ਰਚੀ ਹੈ। ਜਿੱਦਾਂ ਅਸੀਂ ਇਸ ਚੀਜ਼ ਨੂੰ ਬਹੁਤ ਤਰੀਕਿਆਂ ਦੀ, ਇਹਦਾ ਮਤਲਬ ਏਦਾਂ ਹੋ ਗਿਆ ਕਿ ਸ੍ਰਿਸ਼ਟੀ ਦੇ ਵਿੱਚ ਵੇਖੋ, ਦਰਖਤ ਨੇ, ਮਨੁੱਖ ਨੇ, ਅੱਗੇ ਸਾਰਿਆਂ ਦੀ ਗੱਲ ਆਵੇਗੀ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਵੀ ਇੱਕ ਤੋਂ ਕਿੰਨੇ ਗੁਣ ਮਹਾਰਾਜ ਨੇ ਵੱਧ ਪੈਦਾ ਕੀਤੇ ਨੇ, ਤੇ ਅਨੇਕਾਂ ਤਰੀਕਿਆਂ ਦੇ ਨਾਲ। ਮੁੱਖ ਤੌਰ ਦੇ ਉੱਤੇ 4 ਤਰੀਕੇ ਮੰਨੇ ਜਾਂਦੇ ਨੇ। ਜਿਸ ਤਰ੍ਹਾਂ ਆਂਡਿਆਂ ਤੋਂ ਪੈਦਾ ਹੁੰਦੇ ਨੇ ਜੀਵ, ਜੇਰ ਤੋਂ ਪੈਦਾ ਹੁੰਦੇ ਨੇ, ਪਸੀਨੇ ਤੋਂ ਪੈਦਾ ਹੁੰਦੇ ਨੇ, ਬਨਸਪਤੀ ਤੋਂ ਪੈਦਾ ਹੁੰਦੇ ਨੇ। ਅਸਲ ਦੇ ਵਿੱਚ ਇਹ 4 ਮੁੱਖ ਤੌਰ ਦੇ ਉੱਤੇ ਪ੍ਰਚਲਿਤ ਨੇ, ਪਰ ਗੁਰੂ ਸਾਹਿਬ ਕਹਿੰਦੇ ਨੇ ਵੀ ਨਹੀਂ, ਬੜਿਆਂ ਤਰੀਕਿਆਂ ਦੇ ਨਾਲ ਮਾਲਕ ਨੇ ਜਿਹੜਾ ਹੈ ਉਹ ਰੋਟੀ ਜਿਹੜੀ ਜੀਵ ਹੈ ਉਹ ਪੈਦਾ ਕੀਤੇ ਨੇ, ਤੇ ਬੜਿਆਂ ਤਰੀਕਿਆਂ ਦੇ ਜੀਵ ਪੈਦਾ ਕੀਤੇ ਨੇ। ਜਿੱਦਾਂ ਆਪਾਂ ਪ੍ਰਸ਼ਾਦਾ ਤਿਆਰ ਕਰਨਾ ਹੋਵੇ, ਜ਼ਿਆਦਾਤਰ ਸਾਡਾ ਜਿਹੜਾ ਖਾਣਾ ਹੈ ਉਹ ਅੱਗ ਦੇ ਉੱਤੇ ਬਣਦਾ ਹੈ, ਪਰ ਆਪਾਂ ਵੇਖਦੇ ਹਾਂ ਕਈਆਂ ਥਾਵਾਂ ਦੇ ਉੱਤੇ ਜਿਹੜਾ ਹੈ ਉਹ ਜਿੱਥੇ ਪਾਣੀ ਦੇ ਗਰਮ ਚਸ਼ਮੇ ਨੇ, ਉੱਥੇ ਗਰਮ ਪਾਣੀ ਦੇ ਨਾਲ ਵੀ ਬਣ ਜਾਂਦਾ ਹੈ। ਕਈ ਤਰੀਕਿਆਂ ਦਾ ਤੇ ਕਈ ਤਰੀਕਿਆਂ ਦੇ ਨਾਲ ਬਣ ਸਕਦਾ ਹੈ। ਇਸ ਕਰਕੇ ਮੁੱਖ ਗੱਲ ਇਹ ਹੈ ਕਿ ਅਨੇਕਾਂ ਜਨ ਵਾਹਿਗੁਰੂ ਦੀ ਉਸਤਤ ਕਰਦੇ ਨੇ, ਪਰ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਉਸ ਮਾਲਕ ਨੇ ਰਚਨਾ ਨੂੰ ਰਚਿਆ ਹੈ, ਬਹੁ ਬਿਧ ਅਨੇਕ ਪ੍ਰਕਾਰ, ਅਨੇਕਾਂ ਤਰੀਕਿਆਂ ਦੀ ਰਚਨਾ ਰਚੀ ਹੈ। ਹੁਣ ਜਦੋਂ ਅਨੇਕਾਂ ਤਰੀਕਿਆਂ ਦੀ ਰਚਨਾ ਹੈ, ਉਹਦੇ ਵਿੱਚ ਚੰਗੇ ਲੋਕ ਵੀ ਹੋਣਗੇ, ਉਹਦੇ ਵਿੱਚ ਮਾੜੇ ਲੋਕ ਵੀ ਹੋਣਗੇ। ਸਤਿਗੁਰੂ ਨੇ ਉਹਨਾਂ ਸਾਰਿਆਂ ਦੀ ਗੱਲ ਕੀਤੀ ਵੀ ਗਿਣਤੀ ਨਹੀਂ ਹੈ ਕਿਸੇ ਦੀ। ਜਿੱਦਾਂ ਆਪਾਂ ਜਪਜੀ ਸਾਹਿਬ ਚ ਪੜ੍ਹਦੇ ਹਾਂ ਨਾ ਕਿ ਅਸੰਖ ਜਪ ਅਸੰਖ ਭਾਉ, ਤੇ ਫਿਰ ਗੁਰੂ ਸਾਹਿਬ ਇਹ ਵੀ ਕਹਿ ਦਿੰਦੇ ਨੇ ਵੀ ਅਸੰਖ ਮੂਰਖ ਅੰਧਕੋਰ। ਇਹ ਉਹੀ ਅਸ਼ਟਪਦੀ ਦੀ ਲਗਭਗ ਗੱਲ ਇੱਥੇ ਇਹਦੇ ਵਿੱਚ ਹੈ। ਉਸ ਪੌੜੀ ਦੀ ਅਸ਼ਟਪਦੀ, ਕਈ ਕੋਟ ਹੋਏ ਪੂਜਾਰੀ। ਇਸ ਸ੍ਰਿਸ਼ਟੀ ਦੇ ਵਿੱਚ ਕੋਟ ਦਾ ਮਤਲਬ ਹੋ ਗਿਆ ਕਰੋੜ, ਕਈ ਕਰੋੜ, ਭਾਵ ਕਿ ਗਿਣਤੀ ਹੀ ਨਹੀਂ, ਕਈ ਕਰੋੜਾਂ ਲੋਕ ਏਦਾਂ ਦੇ ਨੇ ਜਿਹੜੇ ਪੂਜਾਰੀ ਨੇ, ਭਾਵ ਕਿ ਪੂਜਾ ਕਰਨ ਵਾਲੇ ਨੇ। ਕਈ ਕੋਟ ਆਚਾਰ ਵਿਵਹਾਰੀ, ਤੇ ਕਰੋੜਾਂ ਹੀ ਲੋਕ ਏਦਾਂ ਦੇ ਨੇ ਜਿਹੜੇ ਧਾਰਮਿਕ ਰਸਮਾਂ ਨਿਭਾਉਂਦੇ ਨੇ, ਆਚਾਰਜ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ। ਸਾਡੇ ਵਿੱਚ ਤੇ ਚਲੋ ਵਾਹਿਗੁਰੂ ਦੀ ਬੜੀ ਕਿਰਪਾ ਹੈ ਵੀ ਆਪ ਜੀ ਸੰਗਤ ਖੁਦ ਪਾਠ ਕਰ ਸਕਦੇ ਹੋ, ਸੰਗਤ ਖੁਦ ਕੀਰਤਨ ਕਰ ਸਕਦੀ ਹੈ। ਇਹ ਕੋਈ ਪ੍ਰਚਾਰਕ ਸ਼੍ਰੇਣੀ ਜਾਂ ਕੋਈ ਏਦਾਂ ਦੀ ਵੱਖਰੀ ਕਲਾਸ ਤੇ ਨਹੀਂ ਹੈ ਵੀ ਇਹਨਾਂ ਦਾ ਹੀ ਕੰਮ ਪ੍ਰਚਾਰ ਕਰਨਾ ਹੈ। ਜਿੱਦਾਂ ਆਪ ਜੀ ਘਰ ਦੇ ਵਿੱਚ ਬੈਠੇ ਲਾਹਾ ਲੈਂਦੇ ਹੋ ਤੇ ਆਪ ਜੀ ਅੱਗੇ ਕਿਸੇ ਨੂੰ ਦੱਸ ਦਿੰਦੇ ਹੋ, ਆਪ ਜੀ ਵੀ ਪ੍ਰਚਾਰ ਕਰਦੇ ਹੋ। ਪਰ ਕੁਝ ਬੰਦੇ, ਕੁਝ ਧਰਮਾਂ ਦੇ ਵਿੱਚ ਏਦਾਂ ਦੀ ਗੱਲ ਹੈ ਵੀ ਜੇ ਵਿਆਹ ਕਰਾਉਣਾ ਹੈ ਤੇ ਸਪੈਸ਼ਲ ਇੱਕ ਖਾਸ ਬੰਦਾ ਹੀ ਵਿਆਹ ਕਰਾ ਸਕਦਾ ਹੈ, ਆਮ ਬੰਦਾ ਵਿਆਹ ਨਹੀਂ ਕਰਵਾ ਸਕਦਾ ਉਹਨਾਂ ਦੋਵਾਂ ਜੀਆਂ ਦਾ। ਸਾਡੇ ਵਿੱਚ ਬੜਾ ਵਧੀਆ ਹੈ, ਵੇਖੋ ਸੰਗਤ ਵੀ ਆਨੰਦ ਕਾਰਜ ਕਰਾ ਦਿੰਦੀ ਹੈ ਜਿਹਨੂੰ ਵੀ ਆਉਂਦਾ ਹੋਵੇ। ਇਸ ਕਰਕੇ ਸਤਿਗੁਰੂ ਕਹਿੰਦੇ ਕਰੋੜਾਂ ਹੀ ਲੋਕ ਏਦਾਂ ਦੇ ਨੇ ਜਿਹੜੇ ਆਚਾਰ ਵਿਵਹਾਰੀ ਨੇ, ਭਾਵ ਕਿ ਆਚਰਣ ਨਿਭਾਉਣ ਵਾਲੇ, ਧਾਰਮਿਕ ਕਰਮ ਕਾਂਡ ਨਿਭਾਉਣ ਵਾਲੇ ਨੇ। ਕਈ ਕੋਟ ਭਏ ਤੀਰਥਵਾਸੀ, ਤੀਰਥ ਉਹਨਾਂ ਨੂੰ ਕਿਹਾ ਜਾਂਦਾ ਹੈ ਜਿਹੜੇ ਨਦੀ ਕਿਨਾਰੇ ਅਸਥਾਨ ਬਣ ਜਾਂਦੇ ਨੇ ਤੇ ਲੋਕ ਉਹਨਾਂ ਥਾਵਾਂ ਦਾ ਇਸ਼ਨਾਨ ਕਰਦੇ ਨੇ ਨਾ। ਮਰਦ ਕਹਿੰਦੇ ਕਰੋੜਾਂ ਹੀ ਲੋਕ ਏਦਾਂ ਦੇ ਨੇ ਜਿਹੜੇ ਤੀਰਥਾਂ ਦੇ ਉੱਤੇ ਨਿਵਾਸ ਕਰਨ ਲੱਗ ਪੈਂਦੇ ਨੇ ਜਾ ਕੇ। ਕਈ ਕੋਟ ਬਨ ਭ੍ਰਮਹਿ ਉਦਾਸੀ, ਤੇ ਕਰੋੜਾਂ ਹੀ ਲੋਕ ਏਦਾਂ ਦੇ ਨੇ ਜਿਹੜੇ ਬਨ ਦਾ ਭਾਵ ਹੈ ਜੰਗਲ, ਉਹਦੇ ਵਿੱਚ ਉਦਾਸੀ ਹੋ ਕੇ ਘਰ ਘਾਟ ਛੱਡ ਕੇ ਤੇ ਭਟਕਦੇ ਨੇ, ਭਰਮਦੇ ਹਨ, ਫਿਰਦੇ ਹਨ।
ਕਈ ਕੋਟ ਵੇਦ ਕੇ ਸਰੋਤੇ, ਕਰੋੜਾਂ ਹੀ ਲੋਕ ਏਦਾਂ ਦੇ ਨੇ ਜਿਹੜੇ ਵੇਦ ਆਦਿਕ ਧਾਰਮਿਕ ਗ੍ਰੰਥਾਂ ਨੂੰ ਸੁਣਦੇ ਨੇ। ਇੱਕ ਹੁੰਦੇ ਨੇ ਵਕਤੇ ਬੋਲਣ ਵਾਲੇ, ਇੱਕ ਹੁੰਦੇ ਨੇ ਸਰੋਤੇ ਸੁਣਨ ਵਾਲੇ। ਕਰੋੜਾਂ ਹੀ ਲੋਕ ਉਹ ਨੇ ਜਿਹੜੇ ਧਾਰਮਿਕ ਗ੍ਰੰਥ ਵੇਦ ਆਦਿਕਾਂ ਨੂੰ ਸੁਣਦੇ ਨੇ। ਕਈ ਕੋਟ ਤਪੀਸਰ ਹੋਤੇ, ਤਪੀ ਦਾ ਮਤਲਬ ਹੁੰਦਾ ਹੈ ਤਪ ਕਰਨ ਵਾਲਾ, ਤਪੀਸਰ ਦਾ ਮਤਲਬ ਹੋ ਗਿਆ ਜਿਹੜਾ ਤਪੀਆਂ ਦੇ ਵਿੱਚੋਂ ਵੀ ਵੱਡਾ ਤਪੀ ਹੈ। ਕਰੋੜਾਂ ਹੀ ਲੋਕ ਉਹ ਨੇ ਜਿਹੜੇ ਤਪਸਵੀ ਹੋ ਗਏ ਨੇ। ਕਈ ਕੋਟ ਆਤਮ ਧਿਆਨ ਧਾਰੈ, ਕਰੋੜਾਂ ਹੀ ਲੋਕ ਉਹ ਨੇ ਫਿਰ, ਕਿਉਂਕਿ ਸ੍ਰਿਸ਼ਟੀ ਦਾ ਅੰਤ ਨਹੀਂ ਹੈ ਨਾ, ਤੇ ਇਸ ਸ੍ਰਿਸ਼ਟੀ ਦੇ ਵਿੱਚ ਕਰੋੜਾਂ ਹੀ ਲੋਕ ਉਹ ਨੇ ਜਿਹੜੇ ਆਪਣੇ ਆਤਮੇ ਦਾ ਧਿਆਨ ਧਰਦੇ ਨੇ, ਭਾਵ ਕਿ ਆਪਣੇ ਅੰਦਰ ਦਾ ਧਿਆਨ ਧਰਦੇ ਨੇ। ਧਿਆਨ ਬੜਿਆਂ ਤਰੀਕਿਆਂ ਦਾ ਸਿਖਾਇਆ ਜਾਂਦਾ ਲੋਕਾਂ ਨੂੰ, ਕੋਈ ਲਾਈਟ ਦਾ ਧਿਆਨ ਕਰਦਾ ਹੈ, ਕੋਈ ਫੋਟੋ ਦਾ ਧਿਆਨ ਕਰਦਾ ਹੈ ਨਾ, ਇਦਾਂ ਕਈ ਇਦਾਂ ਹੁੰਦੇ ਨੇ ਜਿਹੜੇ ਆਪਣੇ ਅੰਦਰ ਦਾ ਧਿਆਨ ਕਰਦੇ ਨੇ। ਕਈ ਕੋਟ ਕਬ ਕਾਬ ਵਿਚਾਰੈ, ਤੇ ਕਈ ਇਦਾਂ ਦੇ ਵੀ ਹੁੰਦੇ ਨੇ ਜਿਹੜੇ ਕਵਿਤਾ ਦੀਆਂ ਕਵੀਆਂ ਦੀਆਂ ਕਵਿਤਾਵਾਂ ਨੂੰ ਰਚਦੇ ਨੇ, ਮਤਲਬ ਬੋਲਦੇ ਰਹਿੰਦੇ ਨੇ। ਕਈਆਂ ਨੂੰ ਨਾ ਪੋਇਟਰੀ ਦਾ ਬਹੁਤ ਸ਼ੌਂਕ ਹੁੰਦਾ ਹੈ, ਸਾਰਿਆਂ ਨੂੰ ਨਹੀਂ ਹੁੰਦਾ, ਪਰ ਕਈਆਂ ਨੂੰ ਵੇਖੋ ਤੁਸੀਂ ਕਿ ਬੜਾ ਸ਼ੌਂਕ ਹੁੰਦਾ ਹੈ, ਉਹ ਫਿਰ ਕਵਿਤਾਵਾਂ ਪੜ੍ਹਦੇ ਰਹਿੰਦੇ ਨੇ, ਕਵਿਤਾਵਾਂ ਬੋਲਦੇ ਰਹਿੰਦੇ ਨੇ। ਗੁਰੂ ਸਾਹਿਬ ਕਹਿੰਦੇ ਕਰੋੜਾਂ ਹੀ ਲੋਕ ਇਦਾਂ ਦੇ ਨੇ। ਕਈ ਕੋਟ ਨਵਤਨ ਨਾਮ ਧਿਆਵੈ, ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਹੜੇ ਰੱਬ ਦਾ ਹਰ ਵੇਲੇ ਨਵਾਂ ਨਾਮ ਧਿਆਉਂਦੇ ਨੇ। ਜਿੱਦਾਂ ਸਾਡੇ ਵਿੱਚ ਕੀ ਹੈ ਵੀ ਅਸੀਂ ਵਾਹਿਗੁਰੂ ਕਹਿ ਲਿਆ, ਜਾਂ ਹਿੰਦੂ ਮਤ ਵਾਲਿਆਂ ਨੇ ਰਾਮ ਕਹਿ ਲਿਆ, ਇਸਲਾਮ ਵਾਲਿਆਂ ਨੇ ਅੱਲਾ ਕਹਿ ਲਿਆ। ਇਦਾਂ ਵੇਖੋ ਕਦੇ ਨਵੇਂ ਮਤ ਪੈਦਾ ਹੁੰਦੇ ਨੇ, ਉਹ ਰੱਬ ਦਾ ਵੀ ਨਵਾਂ ਨਾਮ ਜਪਦੇ ਨੇ। ਤੇ ਕਿਸੇ ਵੇਲੇ ਜਿਸ ਤਰ੍ਹਾਂ ਹਿੰਦੂ ਮਤ ਦੇ ਵਿੱਚ ਵੀ ਜਾਂ ਇਸਲਾਮੀ ਪਰੰਪਰਾ ਦੇ ਵਿੱਚ ਵੀ ਰੱਬ ਦੇ ਇੱਕ ਤੋਂ ਵੱਧ ਨਾਮ ਮੰਨੇ ਜਾਂਦੇ ਨੇ। ਤੇ ਉਹ ਕੀ ਹੁੰਦਾ ਹੈ ਵੀ ਹਰ ਵੇਲੇ ਜਦੋਂ ਮਾਲਾ ਦਾ ਮਣਕਾ ਅੱਗੇ ਫੇਰਦੇ ਨੇ, ਮੋਤੀ ਫੇਰਦੇ ਨੇ, ਤੇ ਉਹ ਹਰ ਵੇਲੇ ਨਾਮ ਰੱਬ ਦਾ ਬਦਲ ਲੈਂਦੇ ਨੇ। ਇਸਲਾਮ ਦੇ ਵਿੱਚ ਖਾਸ ਕਰਕੇ ਨਵਤਨ ਨਾਮ ਧਿਆਵੇਂ ਦਾ ਮਤਲਬ ਹੈ ਵੀ ਨਿਤ ਨਵਾਂ ਨਾਮ ਵਾਹਿਗੁਰੂ ਦਾ ਧਿਆਉਂਦੇ ਨੇ। ਨਾਨਕ ਕਰਤੇ ਕਾ ਅੰਤ ਨਾ ਪਾਵੇਂ, ਰੱਬ ਦਾ ਅੰਤ ਉਹ ਫੇਰ ਵੀ ਨਹੀਂ ਪਾ ਸਕਦੇ। ਇਹ ਜਿੰਨਿਆਂ ਦੀ ਉੱਪਰ ਗੱਲ ਕੀਤੀ ਹੈ, ਰੱਬ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰ ਉਹਨੇ ਸ੍ਰਿਸ਼ਟੀ ਕਈ ਤਰੀਕਿਆਂ ਦੀ ਪੈਦਾ ਕੀਤੀ ਹੈ। ਜੋ ਸ਼ਲੋਕ ਦੀ ਵਿਆਖਿਆ ਹੈ ਉਹ ਇਸ ਅਸ਼ਟਪਦੀ ਦੇ ਵਿੱਚ ਆ ਗਈ। ਪਹਿਲੇ ਚੰਗੇ ਲੋਕਾਂ ਦੀ ਗੱਲ, ਹੁਣ ਦੂਜੇ ਦੇ ਵਿੱਚ ਆ ਗਏ ਜਿਹੜੇ ਲੋਕ ਥੋੜੇ ਜਿਹੇ ਨੀਵੇਂ ਪੱਧਰ ਵਾਲੇ ਨੇ। ਕਈ ਕੋਟ ਭਏ ਅਭਿਮਾਨੀ, ਕਰੋੜਾਂ ਹੀ ਲੋਕ ਨੇ ਜਿਹੜੇ ਹੰਕਾਰੀ ਹੋਏ ਫਿਰਦੇ ਨੇ, ਅਭਿਮਾਨ ਬਹੁਤ ਹੈ ਜਿਨ੍ਹਾਂ ਨੂੰ। ਕਈ ਕੋਟ ਅੰਧ ਅਗਿਆਨੀ, ਕਈ ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਹੜੇ ਬਿਲਕੁਲ ਅਗਿਆਨੀ ਨੇ, ਮਤਲਬ ਜਿਨ੍ਹਾਂ ਨੂੰ ਕੋਈ ਸਮਝ ਹੀ ਨਹੀਂ ਵੀ ਅਸੀਂ ਦੁਨੀਆ 'ਚ ਕਰਨ ਕੀ ਆਏ ਆ, ਬਿਲਕੁਲ ਅੰਧ ਨੇ, ਅੰਧੇ ਨੇ ਬਿਲਕੁਲ। ਕਈ ਕੋਟ ਕਿਰਪਨ ਕਠੋਰ, ਕੰਜੂਸ, ਕਿਰਪਨ ਦਾ ਮਤਲਬ ਹੁੰਦਾ ਹੈ ਕੰਜੂਸ, ਕੰਜੂਸ, ਕਠੋਰ ਦਾ ਮਤਲਬ ਬੜੇ ਪੱਥਰ ਦਿਲ ਵਾਲੇ। ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਹੜੇ ਕੰਜੂਸ ਨੇ ਤੇ ਪੱਥਰ ਦਿਲ ਵਾਲੇ ਨੇ। ਕਈ ਕੋਟ ਅਭਿਗ ਆਤਮ ਨਿਕੋਰ, ਜਿਸ ਤਰ੍ਹਾਂ ਅਭਿਗ ਦਾ ਮਤਲਬ ਹੁੰਦਾ ਜਿਹੜਾ ਭਿੱਜਦਾ ਨਹੀਂ ਹੈ। ਸਾਡੇ ਨਾਲ ਇਦਾਂ ਹੋ ਜਾਂਦਾ ਹੈ ਕਿ ਕਿਸੇ ਦਾ ਦੁੱਖ ਵੇਖ ਕੇ ਸਾਨੂੰ ਤਰਸ ਆ ਜਾਂਦਾ ਹੈ, ਪਰ ਕਈ ਇਦਾਂ ਦੇ ਹੁੰਦੇ ਨੇ ਉਹਨਾਂ ਨੂੰ ਕਦੀ ਤਰਸ ਹੀ ਨਹੀਂ ਆਉਂਦਾ। ਸਤਿਗੁਰੂ ਕਹਿੰਦੇ ਵੀ ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਨ੍ਹਾਂ ਨੂੰ ਬੇਤਰਸ ਨੇ, ਜਿਹੜੇ ਜਿਨ੍ਹਾਂ ਨੂੰ ਕੋਈ ਤਰਸ ਨਹੀਂ ਆਉਂਦਾ। ਆਤਮ ਨਿਕੋਰ, ਤੇ ਆਤਮਾ ਵਾਲੇ ਪਾਸੇ ਤੋਂ ਬਿਲਕੁਲ ਕੋਰੇ ਨੇ, ਭਾਵ ਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਆਤਮਿਕ ਜ਼ਿੰਦਗੀ ਵੀ ਕੋਈ ਚੀਜ਼ ਹੈ। ਕਈ ਕੋਟ ਪਰ ਦਰਬ ਕੋ ਹਿਰੈ, ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਹੜਾ ਪਰਾਏ ਦਾ, ਦਰਬ ਦਾ ਮਤਲਬ ਹੈ ਪੈਸਾ, ਪਰਾਏ ਦਾ ਪੈਸਾ ਹੀ ਖੋਈ ਜਾਂਦੇ ਨੇ, ਪਰਾਏ ਦਾ ਹੱਕ ਹੀ ਮਾਰ ਕੇ ਖਾਈ ਜਾਂਦੇ ਨੇ। ਕਈ ਕੋਟ ਪਰ ਦੁੱਖ ਨਾ ਕਰੇ, ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਹੜੇ ਕਿਸੇ ਦੀ ਨਿੰਦਿਆ ਹੀ ਕਰੀ ਜਾਂਦੇ ਨੇ, ਕਿਸੇ ਦੇ ਦੁਸ਼ਮਣ ਹੀ ਲਾਈ ਜਾਂਦੇ ਨੇ। ਉਹਨਾਂ ਦੇ ਸੁਭਾਅ ਇਦਾਂ ਦੇ ਬਣ ਗਏ। ਅਗਲੀ ਸਪੈਸ਼ਲ ਅਸ਼ਟਪਦੀ ਸੁਖਮਨੀ ਸਾਹਿਬ ਦੀ ਨਿੰਦਕ ਦੇ ਬਾਰੇ ਆਵੇਗੀ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਸਤਿਗੁਰੂ ਕਹਿੰਦੇ ਕਈਆਂ ਦਾ ਸੁਭਾਅ ਹੀ ਇਦਾਂ ਦਾ ਬਣ ਜਾਂਦਾ ਹੈ। ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਜਿਹੜੇ ਨੇ ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਨ੍ਹਾਂ ਦੀ ਮਿਹਨਤ ਸਿਰਫ ਮਾਇਆ ਤੱਕ ਹੀ ਹੈ, ਮਾਇਆ ਕਮਾਉਣੀ ਹੈ, ਪਰ ਜ਼ਿੰਦਗੀ ਦਾ ਮਕਸਦ ਮਾਇਆ ਨਾ ਹੋ ਜਾਵੇ। ਸਤਿਗੁਰੂ ਕਹਿੰਦੇ ਨੇ ਇਦਾਂ ਦੇ ਲੋਕ ਨੇ ਜਿਹੜੇ ਮਾਇਆ ਦੀ ਮਿਹਨਤ ਦੇ ਵਿੱਚ, ਸ਼ਰਮ ਦਾ ਮਤਲਬ ਹੈ ਮਿਹਨਤ, ਜਿੱਦਾਂ ਪਰਿਸ਼ਰਮ ਹੁੰਦਾ ਹੈ ਨਾ, ਉਦਾਂ ਮਿਹਨਤ ਦੇ ਵਿੱਚ ਲੱਗੇ ਰਹਿੰਦੇ ਨੇ। ਕਈ ਕੋਟ ਪ੍ਰਦੇਸ਼ ਭਰਮਾਹੇ, ਤੇ ਕਰੋੜਾਂ ਹੀ ਲੋਕ ਇਦਾਂ ਦੇ ਨੇ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਭਰਮਦੇ ਨੇ, ਭਾਵ ਕਿ ਆਉਂਦੇ ਜਾਂਦੇ ਰਹਿੰਦੇ ਨੇ। ਵੇਖੋ ਦੁਨੀਆ ਦੇ ਕਿੰਨੇ ਲੋਕ ਇੰਡੀਆ ਘੁੰਮਣ ਆਉਂਦੇ ਨੇ, ਇੰਡੀਆ ਦੇ ਕਿੰਨੇ ਲੋਕ ਦੁਨੀਆ ਨੂੰ ਘੁੰਮਣ ਚਲੇ ਜਾਂਦੇ ਨੇ। ਹਰ ਖੇਡ ਦੇ ਵਿੱਚ ਲੱਗੇ ਨੇ ਨਾ, ਮਾਲਕ ਨੇ ਇਦਾਂ ਦੀ ਖੇਡ ਪੈਦਾ ਕਰ ਦਿੱਤੀ ਹੈ। ਜਿੱਤ ਜਿੱਤ ਲਾਭ ਉਹ ਤਿਤ ਤਿਤ ਲੱਗਣਾ, ਇਹ ਵਾਹਿਗੁਰੂ ਜਿਸ ਪਾਸੇ ਤੇ ਤੁਸੀਂ ਜੀਵਾਂ ਨੂੰ ਲਾ ਦਿੰਦੇ ਹੋ, ਜੀਵਾਂ ਨੇ ਉਸ ਪਾਸੇ ਹੀ ਲੱਗਣਾ ਹੈ। ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ, ਰੱਬ ਆਪਣੀ ਰਚਨਾ ਨੂੰ ਆਪ ਹੀ ਜਾਣਦਾ ਹੈ। ਕਈ ਕੋਟ ਸਿੱਧ ਜਤੀ ਜੋਗੀ,
ਹੁਣ ਕਈ ਕਰੋੜ ਇਦਾਂ ਦੇ ਨੇ ਜਿਹੜੇ ਸਿੱਧ ਨੇ। ਸਿੱਧ ਦਾ ਮਤਲਬ ਹੁੰਦਾ ਹੈ ਜਿਹਨੇ ਕਾਮਯਾਬੀ ਹਾਸਲ ਕਰ ਲਈ ਹੈ, ਭਾਵ ਕਿ ਬੰਦਗੀ ਦੇ ਵਿੱਚ ਜਿਹੜਾ ਪੁੱਗ ਚੁੱਕਾ ਹੈ। ਜਤੀ ਉਹ ਹੈ ਜਿਹਨੇ ਆਪਣੇ ਇੰਦਰੀਆਂ ਦੇ ਉੱਤੇ ਕੰਟਰੋਲ ਕਰ ਲਿਆ ਹੈ। ਜੋਗੀ ਉਹ ਹੈ ਜਿਹੜਾ ਰੱਬ ਦੇ ਨਾਲ ਮਿਲ ਚੁੱਕਾ ਹੈ। ਜੋਗ ਦਾ ਮਤਲਬ ਹੁੰਦਾ ਹੈ ਮਿਲਣਾ, ਜੋਗੀ ਭਾਵ ਕੇ ਮਿਲ ਚੁੱਕਾ ਹੈ। ਸਤਿਗੁਰੂ ਕਹਿੰਦੇ ਕਰੋੜਾਂ ਹੀ ਸਿੱਧ ਨੇ, ਜਤੀ ਨੇ, ਜੋਗੀ ਨੇ, ਤੇ ਦੂਜੇ ਪਾਸੇ ਕਈ ਕੋਟ ਰਾਜੇ ਰਸ ਭੋਗੀ, ਕਰੋੜਾਂ ਹੀ ਰਾਜੇ ਮਹਾਰਾਜੇ ਨੇ। ਗਿਣਤੀ ਥੋੜਾ ਕਿਤੇ ਇਹਨਾਂ ਦੀ। ਰਸ ਭੋਗੀ, ਰਸ ਦਾ ਮਤਲਬ ਹੁੰਦਾ ਹੈ ਟੇਸਟ, ਭੋਗੀ ਭਾਵ ਕਿ ਹਰ ਤਰੀਕੇ ਦਾ ਰਸ ਖਾਣ ਵਾਲੇ। ਜੋਗੀ ਜਿਹੜੇ ਹੁੰਦੇ ਨੇ ਉਹਨਾਂ ਨੇ ਬਹੁਤ ਕੁਝ ਛੱਡਿਆ ਹੁੰਦਾ ਹੈ, ਪਰ ਰਾਜੇ ਇਦਾਂ ਦੇ ਹੁੰਦੇ ਜਿਨ੍ਹਾਂ ਨੇ ਕੁਝ ਛੱਡਿਆ ਹੀ ਨਹੀਂ ਹੁੰਦਾ। ਸਤਿਗੁਰੂ ਕਹਿੰਦੇ ਕਰੋੜਾਂ ਨੇ, ਕਈ ਕੋਟ ਪੰਖੀ ਸਰਪ ਉਪਾਏ। ਅਕਾਲ ਪੁਰਖ ਵਾਹਿਗੁਰੂ ਨੇ ਅਨੇਕਾਂ ਹੀ ਪੰਛੀ ਪੈਦਾ ਕੀਤੇ ਨੇ, ਪੰਖ ਤੇ ਪੰਖੀ। ਸਰਪ ਉਪਾਏ, ਫਿਰ ਸੱਪ ਵਰਗੇ ਕਈ ਜੀਵ ਮਾਲਕ ਨੇ ਪੈਦਾ ਕੀਤੇ ਨੇ। ਕਈ ਕੋਟ ਪਾਥਰ ਬਿਰਖ ਨਿਪਜਾਏ, ਕਰੋੜਾਂ ਹੀ ਮਾਲਕ ਨੇ ਪੱਥਰ ਪੈਦਾ ਕੀਤੇ ਨੇ, ਦਰਖਤ ਪੈਦਾ ਕੀਤੇ ਨੇ। ਬਿਰਖ ਦਾ ਮਤਲਬ ਵ੍ਰਿਸ਼, ਦਰਖਤ। ਪੱਥਰ ਹੈ ਤੇ ਸਾਰੇ ਪੱਥਰ ਨੇ ਨਾ। ਪੱਥਰ ਇੱਕ ਉਹ ਪੱਥਰ ਹੈ ਜਿਹਨੂੰ ਵੇਖੋ ਤੁਸੀਂ ਬੜਾ ਮਾਣ ਦੇ ਨਾਲ ਲੋਕੀ ਗਲ ਦੇ ਵਿੱਚ ਪਾ ਲੈਂਦੇ ਨੇ, ਜਾਂ ਜਿਹਨੂੰ ਉਂਗਲ ਦੇ ਉੱਤੇ ਪਾ ਲਿਆ, ਨਗ ਦੇ ਰੂਪ ਦੇ ਵਿੱਚ, ਹੈ ਤੇ ਪੱਥਰ ਹੀ ਹੈ। ਪਰ ਕਈ ਪੱਥਰ ਏਦਾਂ ਦੇ ਨੇ ਜਿਹੜੇ ਸਾਡੇ ਫਰਸ਼ ਦੇ ਪੈਰਾਂ ਦੇ ਵਿੱਚ ਸਾਡੇ ਥੱਲੇ ਆਉਂਦੇ ਨੇ। ਇਸ ਕਰਕੇ ਮਾਲਕ ਨੇ ਕਈ ਤਰੀਕਿਆਂ ਦੇ ਪੱਥਰ ਵੀ ਪੈਦਾ ਕੀਤੇ, ਦਰਖਤ ਪੈਦਾ ਕੀਤੇ। ਕਈ ਕੋਟ ਪਵਨ ਪਾਣੀ ਬੈਸੰਤਰ, ਹਵਾ, ਪਾਣੀ ਤੇ ਅੱਗ। ਬੈਸੰਤਰ ਭਾਵ ਅੱਗ, ਇਹ ਵੀ ਮਾਲਕ ਨੇ ਕਈ ਤਰੀਕਿਆਂ ਦੇ ਪੈਦਾ ਕੀਤੇ ਹਨ। ਕਈ ਕੋਟ ਦੇਸ਼ ਭੂ ਮੰਡਲ, ਕਰੋੜਾਂ ਹੀ ਮਾਲਕ ਨੇ ਦੇਸ਼ ਪੈਦਾ ਕੀਤੇ, ਧਰਤੀ ਦੇ ਚੱਕਰ ਪੈਦਾ ਕੀਤੇ। ਤੇ ਫਿਰ ਕਈ ਕੋਟ ਸਸੀਰ, ਸਸੀਰ ਦਾ ਮਤਲਬ ਹੈ ਚੰਦਰਮਾ, ਸੂਰ ਦਾ ਮਤਲਬ ਸੂਰਜ, ਨਖਯੱਤਰ ਦਾ ਮਤਲਬ ਹੈ ਤਾਰੇ। ਕਰੋੜਾਂ ਹੀ ਮਾਲਕ ਨੇ ਸੂਰਜ, ਚੰਦਰਮਾ ਤੇ ਤਾਰੇ ਪੈਦਾ ਕੀਤੇ ਨੇ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਕਰੋੜਾਂ ਹੀ ਮਾਲਕ ਨੇ ਅਕਾਲ ਪੁਰਖ ਵਾਹਿਗੁਰੂ ਨੇ ਕਰੋੜਾਂ ਹੀ ਦੇਵਤੇ ਵਰਗੇ, ਦਾਨਵ ਜਿਹੜੇ ਰਾਕਸ਼ ਹੁੰਦੇ ਨੇ ਉਹ, ਤੇ ਕਰੋੜਾਂ ਹੀ ਇੰਦਰ ਵਰਗੇ ਜਿਨ੍ਹਾਂ ਦੇ ਸਿਰ ਦੇ ਉੱਤੇ ਛਤਰ ਹੈ। ਦੇਵਤਿਆਂ ਦੇ ਵਿੱਚੋਂ ਸਿਰਮੌਰ ਦੇਵਤਾ ਜਿਹੜਾ ਹੈ ਨਾ ਉਹ ਇੰਦਰ ਮੰਨਿਆ ਜਾਂਦਾ ਹੈ। ਸਤਿਗੁਰੂ ਕਹਿੰਦੇ ਨੇ ਵੀ ਕਰੋੜਾਂ ਹੀ ਦੇਵ ਇਹੋ ਜਿਹੇ ਨੇ ਜਿਹੜੇ ਮਾਲਕ ਨੇ ਦੇਵਤੇ, ਰਾਕਸ਼, ਇੰਦਰ ਵਰਗੇ ਪੈਦਾ ਕੀਤੇ ਨੇ। ਸਗਲ ਸਮਗਰੀ ਆਪਣੇ ਸੂਤ ਧਾਰੈ, ਸਾਰੀ ਸ੍ਰਿਸ਼ਟੀ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੇ ਸੂਤਰ ਦੇ ਵਿੱਚ, ਮਰਿਆਦਾ ਦੇ ਵਿੱਚ ਰੱਖਦਾ ਹੈ। ਜਿੱਦਾਂ ਆਪਾਂ ਦੀਵਾਰ ਬਣਾਉਣੀ ਹੋਵੇ ਤੇ ਇੱਕ ਧਾਗਾ ਹੈ ਜਿਹਦੇ ਨਾਲ ਸਾਰੀ ਦੀਵਾਰ ਸਿੱਧੀ ਰਹਿੰਦੀ ਹੈ, ਉਹਨੂੰ ਸੂਤਰ ਕਿਹਾ ਜਾਂਦਾ ਹੈ। ਏਦਾਂ ਜਿੰਨੀ ਮਰਜ਼ੀ ਕਾਇਨਾਤ ਹੈ ਸਾਰੀ ਨੂੰ ਸਤਿਗੁਰੂ ਅਕਾਲ ਪੁਰਖ ਜਿਹੜਾ ਹੈ ਨਾ ਉਹ ਆਪਣੇ ਸੂਤਰ ਦੇ ਵਿੱਚ, ਆਪਣੀ ਮਰਿਆਦਾ ਦੇ ਵਿੱਚ ਰੱਖਦਾ ਹੈ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ, ਜਿਹਨੂੰ ਉਹ ਚੰਗਾ ਲੱਗਦਾ ਹੈ। ਕਹਿਣ ਦਾ ਭਾਵ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਆਪਣੀ ਜਾਣਕਾਰੀ ਦਿੰਦਾ ਹੈ ਕਿ ਰੱਬ ਨੂੰ ਜਿਹੜਾ ਜੀਵ ਚੰਗਾ ਲੱਗ ਗਿਆ, ਤਿਸ ਤਿਸ ਨਿਸਤਾਰੈ, ਜੀਵ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਪਾਰ ਕਰ ਦਿੰਦਾ ਹੈ। ਕਈ ਕੋਟ ਰਾਜਸ ਤਾਮਸ ਸਾਤਕ, ਇਹ ਧਿਆਨ ਦੇ ਨਾਲ ਸਮਝਣਾ ਹੈ। ਰਾਜਸ ਹੁੰਦੇ ਨੇ ਰਾਜਸੀ ਬਿਰਤੀ ਵਾਲੇ, ਭਾਵ ਕਿ ਜਿਨ੍ਹਾਂ ਨੂੰ ਇਹ ਬੜਾ ਹੁੰਦਾ ਵੀ ਸਾਡਾ ਰਾਜ ਚੱਲੇ ਲੋਕਾਂ ਦੇ ਉੱਤੇ। ਤਾਮਸ ਦਾ ਮਤਲਬ ਹੁੰਦਾ ਤਮਸ, ਹਨੇਰੇ ਵਾਲੇ, ਬਿਲਕੁਲ ਹੀ ਪਤਾ ਹੀ ਨਹੀਂ ਜ਼ਿੰਦਗੀ 'ਚ ਕੀ ਕਰਨ ਆਏ ਆ। ਸਾਤਕ ਹੁੰਦਾ ਹੈ ਜਿਹੜੇ ਥੋੜੇ ਜਿਹੇ ਧਾਰਮਿਕ ਹੁੰਦੇ ਨੇ ਪਰ ਅਜੇ ਵੀ ਕਿਤੇ ਨਾ ਕਿਤੇ ਇਹ ਗੱਲ ਹੁੰਦੀ ਵੀ ਸਾਨੂੰ ਧਾਰਮਿਕ ਕਹਿਣ ਲੋਕ। ਸਤਿਗੁਰੂ ਕਹਿੰਦੇ ਕਰੋੜਾਂ ਹੀ ਰਾਜਸਿਕ, ਤਾਮਸਿਕ ਤੇ ਸਾਤਵਿਕ ਬਿਰਤੀ ਵਾਲੇ ਲੋਕ ਨੇ। ਕਈ ਕੋਟ ਵੇਦ ਪੁਰਾਣ ਸਿਮਰਿਤ ਅਰ ਸ਼ਾਸਤ, ਕਰੋੜਾਂ ਹੀ ਇਹੋ ਜਿਹੇ ਨੇ ਜਿਹੜੇ ਵੇਦ ਪੁਰਾਣ ਤੇ ਸਿਮਰਤੀਆਂ ਸ਼ਾਸਤਰਾਂ ਨੂੰ ਪੜ੍ਹਦੇ ਨੇ, ਉਹਨਾਂ ਨੂੰ ਸਮਝਦੇ ਨੇ, ਉਹਨਾਂ ਨੂੰ ਗਾਉਂਦੇ ਨੇ, ਤੇ ਇਹ ਗ੍ਰੰਥ ਵੀ ਕਰੋੜਾਂ ਹੀ ਨੇ। ਫਿਰ ਕਈ ਕੋਟ ਕੀਏ ਰਤਨ ਸਮੁੰਦ, ਅਕਾਲ ਪੁਰਖ ਵਾਹਿਗੁਰੂ ਨੇ ਸਮੁੰਦਰ ਦੇ ਵਿੱਚ ਕਰੋੜਾਂ ਹੀ ਰਤਨ ਪੈਦਾ ਕਰ ਦਿੱਤੇ ਨੇ। ਡਾਈਵਰ ਜਾਂਦੇ ਨੇ, ਕਿੰਨੀਆਂ ਕੀਮਤੀ ਚੀਜ਼ਾਂ ਕੱਢ ਲਿਆਉਂਦੇ ਨੇ ਸਮੁੰਦਰ ਦੇ ਵਿੱਚੋਂ। ਕਈ ਕੋਟ ਨਾਨਾ ਪ੍ਰਕਾਰ ਜੰਤ, ਤੇ ਮਾਲਕ ਨੇ, ਨਾਨਾ ਦਾ ਮਤਲਬ ਹੈ ਅਨੇਕਾਂ, ਅਨੇਕਾਂ ਤਰੀਕਿਆਂ ਦੇ ਜੀਵ ਜੰਤ ਪੈਦਾ ਕੀਤੇ ਨੇ। ਹੁਣ ਤੇ ਸਾਡੇ ਕੋਲ ਫੋਟੋਆਂ ਆ ਜਾਂਦੀਆਂ ਨੇ, ਪਾਣੀ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਨੇ ਇੰਨੇ ਜੀਵ ਪੈਦਾ ਕੀਤੇ ਨੇ ਵੀ ਇੱਕ ਦੀ ਸ਼ਕਲ ਦੂਸਰੇ ਨਾਲ ਨਹੀਂ ਮਿਲਦੀ। ਤੇ ਬਾਹਰ ਵੀ ਮੇਰਾ ਪ੍ਰਭ ਸੱਚ ਹੈ, ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਉਹਨੇ ਇੱਕ ਵਰਗਾ ਦੂਜਾ ਕੋਈ ਵੀ ਪੈਦਾ ਨਹੀਂ ਕੀਤਾ ਹੈ, ਕਿਉਂਕਿ ਹਰੇਕ ਤਰੀਕੇ ਦੇ ਜੰਤ ਉਹਨੇ ਕਈ ਤਰੀਕਿਆਂ ਦੇ ਪੈਦਾ ਕੀਤੇ ਨੇ। ਕਈ ਕੋਟ ਕੀਏ ਚਿਰ ਜੀਵੇ, ਫਿਰ ਕਈ ਉਹਨੇ ਏਦਾਂ ਦੇ ਪੈਦਾ ਕੀਤੇ ਨੇ ਕਰੋੜਾਂ ਹੀ ਜਿਨ੍ਹਾਂ ਦੀ ਉਮਰ ਬਹੁਤ ਲੰਬੀ ਹੈ, ਬੜਾ ਚਿਰ ਤੱਕ ਜੀਂਦੇ ਰਹਿੰਦੇ ਨੇ, ਜਿੱਦਾਂ ਕਸ਼ੂ ਕੰਮਾ ਹੋਵੇ, ਸੱਪ ਹੋਵੇ। ਕਈ ਕੋਟ ਗਿਰੀ ਮੇਰ ਸੁਵਰਨ ਥੀਵੇ, ਕਰੋੜਾਂ ਹੀ ਅਕਾਲ ਪੁਰਖ ਵਾਹਿਗੁਰੂ ਨੇ ਕਰੋੜਾਂ ਹੀ ਕੀ ਕਰ ਦਿੱਤਾ ਹੈ, ਗਿਰੀ ਪਹਾੜ, ਮੇਰ ਸੁਮੇਰ ਪਰਬਤ ਵਰਗੇ ਪਹਾੜ,
ਸੋਨੇ ਦੇ ਪਹਾੜ ਮਾਲਕ ਨੇ ਬਣਾ ਦਿੱਤੇ। ਪਹਾੜਾਂ ਦੇ ਵਿੱਚੋਂ ਸੋਨਾ ਨਿਕਲਦਾ ਨਾ, ਇਸ ਕਰਕੇ ਸਤਿਗੁਰੂ ਕਹਿੰਦੇ ਸੋਨੇ ਦੇ ਪਹਾੜ ਬਣਾ ਦਿੱਤੇ। ਫਿਰ ਦਾਤਾਰ ਕਹਿੰਦੇ ਨੇ ਕਈ ਕੋਟ ਜਕਸ਼। ਜਕਸ਼ ਦਾ ਮਤਲਬ ਹੁੰਦਾ ਹੈ, ਹਿੰਦੂ ਮਤ ਦੇ ਵਿੱਚ ਇੱਕ ਦੇਵਤਾ ਹੈ ਕੁਬੇਰ, ਇਹ ਉਹਦੇ ਅਧੀਨ ਜਿਹੜੇ ਸੇਵਾ ਕਰਨ ਵਾਲੇ ਨੇ ਨਾ, ਉਹਨਾਂ ਨੂੰ ਕਿਹਾ ਜਾਂਦਾ ਹੈ ਜਕਸ਼। ਕਈ ਕੋਟ ਜਕਸ਼ ਕਿੰਨਰ, ਜਿਹੜੇ ਨਾ ਤੇ ਪੁਰਸ਼ ਨੇ ਨਾ ਔਰਤਾਂ ਨੇ, ਤੇ ਪਿਸ਼ਾਚ ਹੁੰਦੇ ਨੇ ਬਿਲਕੁਲ ਨੀਵੇਂ ਨਿਕੰਮੇ ਕਰਮਾਂ ਵਾਲੇ ਲੋਕ। ਅਕਾਲ ਪੁਰਖ ਵਾਹਿਗੁਰੂ ਨੇ ਕਿੰਨੇ ਹੀ ਜਕਸ਼ ਕਿੰਨਰ ਤੇ ਪਿਸ਼ਾਚ ਪੈਦਾ ਕੀਤੇ ਨੇ। ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਗਾਚ, ਤੇ ਕਰੋੜਾਂ ਹੀ ਫਿਰ ਭੂਤ ਪ੍ਰੇਤ ਆਤਮਾਵਾਂ ਵਾਲੇ, ਉਸ ਪ੍ਰਭਾਵ ਵਾਲੇ ਲੋਕ। ਸੂਰ ਵਰਗੇ, ਸੂਕਰ ਦਾ ਮਤਲਬ ਸੂਰ, ਮ੍ਰਿਗ ਦਾ ਮਤਲਬ ਹੁੰਦਾ ਹੈ ਹਿਰਨ, ਮ੍ਰਿਗ ਆਚ ਦਾ ਮਤਲਬ ਹੈ ਮ੍ਰਿਗ ਨੂੰ ਖਤਮ ਕਰਨ ਵਾਲਾ, ਅਚਵਣ ਵਾਲਾ, ਤੇ ਉਹ ਭਾਵ ਹੋ ਗਿਆ ਹੈ, ਉਹਦਾ ਮਤਲਬ ਹੁੰਦਾ ਹੈ ਸ਼ੇਰ, ਜਿਹੜਾ ਹਿਰਨ ਨੂੰ ਖਾ ਜਾਂਦਾ ਹੈ। ਕਰੋੜਾਂ ਹੀ ਮਾਲਕ ਨੇ ਸ਼ੇਰ ਆਦਿਕ ਪੈਦਾ ਕੀਤੇ ਨੇ, ਸਭ ਤੇ ਨੇੜੇ। ਅਕਾਲ ਪੁਰਖ ਵਾਹਿਗੁਰੂ ਸਾਰਿਆਂ ਤੋਂ ਨੇੜੇ ਹੈ, ਸਭ ਹੋਣ ਤੇ ਦੂਰ, ਤੇ ਫਿਰ ਸਾਰਿਆਂ ਤੋਂ ਦੂਰ ਵੀ ਹੈ। ਭਾਵ ਹੈ ਸਾਰਿਆਂ ਦੇ ਅੰਦਰ, ਪਰ ਮਤ ਕਰਕੇ ਸਾਰਿਆਂ ਨੂੰ ਆਪਣੇ ਤੋਂ ਦੂਰ ਪ੍ਰਤੀਤ ਹੁੰਦਾ ਹੈ। ਨਾਨਕ ਆਪ ਅਲਿਪਤ ਰਹਿਆ ਭਰਪੂਰ। ਸਤਿਗੁਰੂ ਕਹਿੰਦੇ ਨੇ ਆਪ ਜੀਵਾਂ ਦੇ ਵਿੱਚ ਹੈ, ਪਰ ਜੀਵਾਂ ਤੋਂ ਨਿਰਲੇਪ ਰਹਿੰਦਾ ਹੈ, ਅਲੇਪ ਰਹਿੰਦਾ ਹੈ ਸਾਰਿਆਂ ਦੇ ਵਿੱਚ ਭਰਪੂਰ ਹੈ। ਕਈ ਕੋਟ ਪਾਤਾਲ ਕੇ ਵਾਸੀ। ਪਾਤਾਲ ਦਾ ਮਤਲਬ ਹੁੰਦਾ ਹੈ, ਜਦੋਂ ਅਸੀਂ ਜ਼ਮੀਨ ਨੂੰ ਖੁਦਾਈ ਕਰਦੇ ਹਾਂ ਤੇ ਅਨੇਕਾਂ ਕੀੜੇ ਮਕੌੜੇ ਨਿਕਲਦੇ ਨੇ। ਸਤਿਗੁਰੂ ਕਹਿੰਦੇ ਅਨੇਕਾਂ ਹੀ ਜੀਵ ਏਦਾਂ ਦੇ ਨੇ ਜਿਹੜੇ ਪਤਾਲ ਦੇ ਵਿੱਚ ਰਹਿਣ ਵਾਲੇ ਨੇ। ਕਈ ਕੋਟ ਨਰਕ ਸੁਰਗ ਨਿਵਾਸੀ। ਨਰਕ ਦਾ ਮਤਲਬ ਦੁੱਖ, ਸਵਰਗ ਦਾ ਮਤਲਬ ਸੁੱਖ ਹੋ ਗਿਆ। ਅਨੇਕ ਕਰੋੜਾਂ ਹੀ ਲੋਕ ਉਹ ਨੇ ਜਿਹੜੇ ਦੁੱਖ ਸੁੱਖ ਦੇ ਵਿੱਚ ਵਾਸਾ ਰੱਖਦੇ ਨੇ, ਭਾਵ ਕਿ ਕਦੀ ਦੁੱਖ ਦੇ ਵਿੱਚ ਰਹਿ ਗਏ, ਕਦੀ ਸੁੱਖ ਦੇ ਵਿੱਚ ਰਹਿ ਗਏ। ਕਈ ਕੋਟ ਜਨਮਹਿ ਜੀਵਹਿ ਮਰੈ। ਕਰੋੜਾਂ ਹੀ ਏਦਾਂ ਦੇ ਲੋਕ ਨੇ ਜਿਹੜੇ ਜੰਮਦੇ ਨੇ, ਫਿਰ ਜਿਉਂਦੇ ਨੇ, ਤੇ ਫਿਰ ਖਤਮ ਹੋ ਜਾਂਦੇ ਨੇ। ਕਿੰਨੇ ਜਾਣੇ ਨੇ ਨਾ, ਵੇਖੋ ਸਾਡੇ ਹੁੰਦਿਆਂ ਹੀ ਜਨਮ ਲੈਂਦੇ ਨੇ, ਵੱਡੇ ਹੋ ਗਏ, ਫਿਰ ਖਤਮ ਹੋ ਗਏ। ਕਈ ਕੋਟ ਬਹੁ ਜੋਨੀ ਫਿਰੈ, ਤੇ ਕਰੋੜਾਂ ਹੀ ਏਦਾਂ ਦੇ ਨੇ ਜਿਹੜੇ ਜੂਨਾਂ ਦੇ ਵਿੱਚ ਭਟਕਦੇ ਫਿਰਦੇ ਨੇ। ਕਈ ਕੋਟ ਬੈਠਤ ਹੀ ਖਾਹੇ। ਕਈ ਤੇ ਏਦਾਂ ਦੇ ਨੇ ਜਿਹੜੇ ਬੈਠਿਆਂ ਬਿਠਾਇਆਂ ਨੂੰ ਹੀ ਸਾਰਾ ਕੁਝ ਮਿਲੀ ਜਾਂਦਾ ਹੈ। ਕਈ ਕੋਟ ਘਾਲੈ ਥੱਕ ਪਾਹੇ, ਤੇ ਕਈ ਵਿਚਾਰੇ ਮਿਹਨਤਾਂ ਕਰ ਕਰਕੇ ਥੱਕ ਜਾਂਦੇ ਨੇ। ਜਦੋਂ ਵੇਖੋ ਅਸੀਂ ਬੱਚੇ ਹੁੰਦੇ ਹਾਂ, ਸਕੂਲਾਂ ਦੇ ਵਿੱਚ ਪੜ੍ਹਦੇ ਹਾਂ, ਤੇ ਸਾਡੇ ਮਾਤਾ ਪਿਤਾ ਸਾਨੂੰ ਬੈਠਿਆਂ ਨੂੰ ਸਾਰਾ ਕੁਝ ਖਵਾਉਂਦੇ ਨੇ, ਪਰ ਆਪ ਮਾਂ ਪਿਓ ਕਿੰਨੀ ਮਿਹਨਤ ਕਰ ਰਹੇ ਹੁੰਦੇ ਨੇ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਵੀ ਕਈਆਂ ਨੂੰ ਤਾਂ ਬੈਠਿਆਂ ਨੂੰ ਮਿਲ ਜਾਂਦਾ ਹੈ, ਤੇ ਕਈਆਂ ਮਿਹਨਤ ਕਰ ਕਰਕੇ ਥੱਕ ਜਾਂਦੇ ਨੇ। ਕਈ ਕੋਟ ਕੀਏ ਧਨਵੰਤ। ਕਰੋੜਾਂ ਹੀ ਲੋਕ ਏਦਾਂ ਦੇ ਨੇ, ਮਾਲਕ ਨੇ ਬੜੇ ਪੈਸੇ ਵਾਲੇ ਬਣਾ ਦਿੱਤਾ, ਉਹਨਾਂ ਨੂੰ ਧਨਵਾਨ ਬਣਾ ਦਿੱਤਾ। ਕਈ ਕੋਟ ਮਾਇਆ ਮਹਿ ਚਿੰਤ। ਤੇ ਕਰੋੜਾਂ ਹੀ ਏਦਾਂ ਦੇ ਨੇ ਜਿਹਨੇ ਮਾਇਆ ਦੀ ਵੀ ਚਿੰਤਾ ਲੱਗੀ ਹੋਈ ਹੈ, ਵੀ ਮਾਇਆ ਦੇ ਵਿੱਚ ਚਿੰਤਤ ਨੇ ਵੀ ਕਿੱਦਾਂ ਆਵੇ ਕਿੱਦਾਂ ਜਾਵੇ, ਇਸੇ ਗੱਲ ਦੀ ਚਿੰਤਾ ਲੱਗੀ ਹੋਈ ਹੈ। ਜਹਾਂ ਜਹਾਂ ਭਾਣਾ ਤਹਾਂ ਤਹਾਂ ਰਾਖੇ। ਅਸਲ ਦੇ ਵਿੱਚ ਜਿੱਥੇ ਜਿੱਥੇ ਰੱਬ ਨੂੰ ਚੰਗਾ ਲੱਗਦਾ ਹੈ, ਉੱਥੇ ਉੱਥੇ ਰੱਬ ਜੀਵਾਂ ਨੂੰ ਰੱਖਦਾ ਹੈ। ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਸਾਰਾ ਕੁਝ ਪ੍ਰਭੂ ਦੇ ਹੱਥ ਦੇ ਵਿੱਚ ਹੈ। ਕਈ ਕੋਟ ਭਏ ਬੈਰਾਗੀ। ਕਰੋੜਾਂ ਹੀ ਲੋਕ ਏਦਾਂ ਦੇ ਨੇ ਜਿਹੜੇ ਬੈਰਾਗੀ ਹੋ ਗਏ, ਮਤਲਬ ਉਪਰਾਮ ਜੇ ਹੋ ਗਏ, ਉਦਾਸ ਜੇ ਹੋ ਗਏ। ਰਾਮ ਨਾਮ ਸੰਗ ਤਿੰਨ ਲਿਵ ਲਾਗੀ। ਤੇ ਉਹਨਾਂ ਦੀ ਜਿਹੜੀ ਲਿਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਜਾਂਦੀ ਹੈ। ਕਈ ਕੋਟ ਪ੍ਰਭ ਕੋ ਖੋਜੰਤੇ। ਕਰੋੜਾਂ ਹੀ ਲੋਕ ਉਹ ਨੇ ਜਿਹੜੇ ਪ੍ਰਭੂ ਨੂੰ ਖੋਜਦੇ ਨੇ। ਆਤਮ ਮਹਿ ਪਾਰ ਬ੍ਰਹਮ ਲਹੰਤੇ। ਤੇ ਆਪਣੇ ਆਤਮੇ ਦੇ ਵਿੱਚ, ਆਪਣੇ ਅੰਦਰ ਉਹ ਰੱਬ ਨੂੰ ਲੱਭ ਲੈਂਦੇ ਨੇ, ਭਾਵੇਂ ਕਿ ਰੱਬ ਨੂੰ ਢੂੰਡ ਲੈਂਦੇ ਨੇ। ਕਈ ਕੋਟ ਦਰਸ਼ਨ ਪ੍ਰਭ ਪਿਆਸ। ਕਰੋੜਾਂ ਹੀ ਲੋਕ ਉਹ ਨੇ ਜਿਨ੍ਹਾਂ ਨੂੰ ਪ੍ਰਭੂ ਦੇ ਦਰਸ਼ਨਾਂ ਦੀ ਪਿਆਸ ਹੈ। ਤਿੰਨ ਕੋ ਮਿਲਿਓ ਪ੍ਰਭ ਅਬਿਨਾਸ਼। ਤੇ ਅਬਿਨਾਸੀ ਵਾਹਿਗੁਰੂ ਉਹਨਾਂ ਨੂੰ ਮਿਲ ਜਾਂਦਾ ਹੈ, ਜਿਨ੍ਹਾਂ ਨੂੰ ਪਿਆਸ ਹੈ ਉਹਨਾਂ ਨੂੰ ਮਿਲ ਜਾਂਦਾ ਹੈ। ਕਈ ਕੋਟ ਮੰਗੈ ਸਤਸੰਗ। ਕਰੋੜਾਂ ਹੀ ਲੋਕ ਏਦਾਂ ਦੇ ਨੇ ਜਿਹੜੇ ਵਾਹਿਗੁਰੂ ਦੇ ਕੋਲੋਂ ਸਤਸੰਗ ਮੰਗਦੇ ਨੇ, ਵੀ ਸੱਚੇ ਪਾਤਸ਼ਾਹ ਸਾਨੂੰ ਸੰਗਤ ਦੇ ਦਰਸ਼ਨ ਕਰਾਵੀਂ। ਪਾਰ ਬ੍ਰਹਮ ਤਿੰਨ ਲਾਗਾ ਰੰਗ। ਤੇ ਉਹਨਾਂ ਨੂੰ ਵਾਹਿਗੁਰੂ ਦੇ ਨਾਮ ਦਾ, ਵਾਹਿਗੁਰੂ ਦੇ ਪਿਆਰ ਦਾ ਰੰਗ ਲੱਗ ਜਾਂਦਾ ਹੈ, ਭਾਵ ਕਿ ਉਹਨਾਂ ਦਾ ਪਿਆਰ ਵਾਹਿਗੁਰੂ ਨਾਲ ਪੈ ਜਾਂਦਾ ਹੈ। ਜਿਨ ਕੋ ਹੋਏ ਆਪ ਸੁਪ੍ਰਸੰਨ। ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪ ਖੁਸ਼ ਹੋ ਜਾਂਦਾ ਹੈ, ਤਰੁੱਠ ਜਾਂਦਾ ਹੈ। ਨਾਨਕ ਤੇ ਜਨ ਸਦਾ ਧਨ ਧਨ। ਉਹ ਜੀਵ ਸਦਾ ਹੀ ਧਨ ਨੇ। ਕਈ ਕੋਟ ਖਾਣੀ ਅਰ ਖੰਡ। ਕਰੋੜਾਂ ਹੀ ਖਾਣੀਆਂ ਨੇ। ਖਾਣੀ ਮਤਲਬ ਹੁੰਦਾ ਜਿੱਦਾਂ ਖਾਣ, ਜਿੱਦਾਂ ਖਾਣ ਦੇ ਵਿੱਚੋਂ ਹੀਰੇ ਨਿਕਲਦੇ ਨੇ, ਏਦਾਂ ਖਾਣ ਜਿਹੜੀ ਹੈ ਉਹ ਹੁੰਦੀ ਹੈ ਜੀਵਾਂ ਦੀ ਪੈਦਾਇਸ਼ ਦੇ ਨਾਲ ਸੰਬੰਧਿਤ। ਅਸੀਂ ਜੇਰ ਤੋਂ ਪੈਦਾ ਹੁੰਦੇ ਹਾਂ, ਇਸ ਕਰਕੇ ਇੱਕ ਖਾਣੀ ਹੈ। ਆਂਡੇ ਤੋਂ ਜੀਵ ਪੈਦਾ ਹੁੰਦੇ ਨੇ, ਇਸ ਕਰਕੇ ਇੱਕ ਖਾਣੀ ਹੈ। ਸਤਿਗੁਰੂ ਕਹਿੰਦੇ ਕਰੋੜਾਂ ਹੀ ਖਾਣੀਆਂ ਨੇ, ਤੇ ਕਰੋੜਾਂ ਹੀ ਫਿਰ ਧਰਤੀ ਦੇ, ਬ੍ਰਹਮੰਡ ਦੇ, ਆ ਯੂਨੀਵਰਸ ਜੋ ਹੈ ਇਹਦੇ ਹਿੱਸੇ ਨੇ। ਕਈ ਕੋਟ ਆਕਾਸ਼ ਬ੍ਰਹਮੰਡ। ਕਰੋੜਾਂ ਹੀ ਆਕਾਸ਼ ਨੇ ਤੇ ਬ੍ਰਹਮੰਡ ਵੀ ਕਰੋੜਾਂ ਨੇ।
कई कोट होए अवतार, कई अवतार भी थोड़े नहीं ने, ਕਰੋੜਾਂ ही लोग अवतार ने। मालक दे घर दे विच अंत नहीं है किसी चीज का। कई जुगत कीनों विस्तार, जुगती का मतलब होता है तरीका, मैथड। अकाल पुरख वाहिगुरु ने इस सृष्टि का कई तरीकों के नाल विस्तार किया है। कुछ जीव पानी दे विच वड्डे हुंदे ने, कुछ पानी तो बाहर वड्डे हुंदे ने, कुछ हवा दे नाल वड्डे हुंदे ने, कुछ हवा दे विच घटना शुरू हो जाते हैं। इस करके महाराज ने यह गल कही है भी भाई बड़े तरीकों के जीव मालक ने पैदा किए ने। कई बार पसरियो पासार, आ जिहड़ी सृष्टि है वो एक बार नहीं बनी, बड़ी बार पसारा पड़िया है। सदा सदा एक एकंकार अकाल पुरख वाहिगुरु हर वेले एक ही रहिंदा है। कई कोट कीने बहु भांत, करोड़ां ही जीव मालक ने करोड़ां ही भांतां दे बना दिते ने। प्रभ ते होए प्रभ माहे समात, वो प्रभु तो पैदा हुंदे ने ते प्रभु दे विच ही समा जांदे ने। ताका अंत ना जाने कोई, उस वाहिगुरु दा अंत कोई नहीं जानदा है। आपे आप नानक प्रभ सोए, सतगुरु कहंदे ओ मालिक ही आप है, भाव के अपने बारे समझ रखने वाला वो आप है। कई कोट पार ब्रह्म के दास, करोड़ां ही लोग इदां दे ने जिहड़े वाहिगुरु दे सेवक ने, अपने आप नूं रब दे सेवक अखवाउंदे ने। ते हुंदा की है, तिन होवत आत्म प्रगाश, उन्हां दे अंदर वाहिगुरु दा चानण हो जांदा है, वाहिगुरु दा प्रकाश हो जांदा है। कई कोट तत के बेते, तत का मतलब हुंदा है रूट। जिद्दां साडे घर दे विच घिओ होवे पर घिओ दा रूट की है, दुध। इदां जिन्नी भी सारी सृष्टि है उहदा एक तत है, रूट है, वो है अकाल पुरख वाहिगुरु। बेते का मतलब हुंदा है जानन वाले। करोड़ां ही लोग इदां दे ने जिहड़े तत नूं वेखदे ने, भाव के रब नूं वेखदे ने ते सदा निहार है। एक नेत्र है, वो एक वाहिगुरु नूं अपने नेत्रां दे नाल वेखदे ने हर थां दे उत्ते। कई कोट नाम रस पीवे, करोड़ां ही लोग इदां दे ने जिहड़े नाम दे टेस्ट नूं माणदे ने, नाम दे स्वाद नूं चखदे ने। फिर अमर भए सद सद ही जीवे, वो फिर अमर हो जाते हैं। ये नहीं भी उन्होंने साह लगातार उम्र लंबी हो जाती है, वो इस जिंदगी दे विच जिउंदियां अमर हो जाते हैं। जिद्दां गुरु नानक साहब सच्चे पातशाह हो गए, बाबा कबीर साहब हो गए ना, अमर हो गए जिंदगी दे विच। हजूर कहंदे ने कई कोट नाम गुण गावे, करोड़ां ही लोग इदां दे ने ਜਿਹੜੇ ਵਾਹਿਗੁਰੂ ਦੇ ਨਾਮ ਨੂੰ ਤੇ ਉਹਦਿਆਂ ਗੁਣਾਂ ਨੂੰ ਗਾਉਂਦੇ ਨੇ। ਅੱਜ ਉਹ ਹੁਣ ਅਸੀਂ ਕਰਦੇ ਪਏ ਆ, ਇਹ ਉਹਦੇ ਗੁਣ ਹੀ ਗਾਏ ਜਾ ਰਹੇ ਨੇ। ਕਰੋੜਾਂ ਹੀ ਲੋਕ ਸਾਡੇ ਵਾਂਗੂ ਹੋਰ ਵੀ ਲੱਗੇ ਹੋਏ ਨੇ। ਆਤਮ ਰਸ ਸੁਖ ਸਹਿਜ ਸਮਾਵੇਂ, ਆਤਮ ਦੇ ਰਸ ਦੇ ਵਿੱਚ, ਆਪਣੇ ਆਪ ਦੇ ਸਵਾਦ ਦੇ ਵਿੱਚ ਜਿਹੜਾ ਮਾਲਕ ਨੇ ਉਹਨਾਂ ਦੇ ਅੰਦਰ ਪਾਇਆ ਹੈ ਨਾ, ਉਹਦੇ ਵਿੱਚ ਲੱਗ ਕੇ ਸੁਖ ਸਹਿਜ ਸਮਾਵੇਂ, ਸੁਖ ਦੇ ਨਾਲ ਸਹਿਜ ਦੇ ਵਿੱਚ ਟਿਕ ਜਾਂਦੇ ਨੇ। ਆਪਣੇ ਜਨ ਕੋ ਸਾਸ ਸਾਸ ਸੰਭਾਰੇ, ਵਾਹਿਗੁਰੂ ਆਪਣੇ ਸੇਵਕਾਂ ਨੂੰ ਹਰ ਸਾਹ ਦੇ ਨਾਲ ਸੰਭਾਲਦਾ ਹੈ। ਜਿਹਨੂੰ ਅਸੀਂ ਪੜ੍ਹਦੇ ਹਾਂ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੈ ਆਪਣੇ ਕੋ ਸਾਸ ਸਾਸ ਪ੍ਰਤਪਾਲੇ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਜਨ ਕੋ ਸਾਸ ਸਾਸ ਸੰਭਾਰੇ, ਹਰ ਸਾਹ ਦੇ ਨਾਲ ਆਪਣੇ ਸੇਵਕ ਦੀ ਰੱਖਿਆ ਕਰਦਾ ਹੈ। ਨਾਨਕ ਓਏ ਪਰਮੇਸ਼ਵਰ ਕੇ ਪਿਆਰੇ, ਉਹ ਜਿਹੜੇ ਜੀਵ ਨੇ ਨਾ ਉਹ ਰੱਬ ਦੇ ਪਿਆਰੇ ਹੋ ਜਾਂਦੇ ਨੇ, ਰੱਬ ਨੂੰ ਚੰਗੇ ਲੱਗਦੇ ਨੇ। ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ, दूसर ना ही कोई। सारियां दा एक हुंदा है करण, एक हुंदा है कारण, एक हुंदा है पैदा करने वाला ते एक हुंदा है जो पैदा हो चुका है। एक हुंदा है कारण, एक हुंदा है कारज। सतगुरु कहंदे सृष्टि नूं पैदा करने वाला ते सृष्टि दे विच जीवां नूं काम लाउण वाला, कि क्यों पैदा कीता है, ये सारा अकाल पुरख वाहिगुरु आप ही है। दूसर ना ही कोई, एडा होर ताकत वाला कोई भी नहीं है। दूसर ना ही कोई, नानक तिस बलिहारण है। सतगुरु कहंदे ने उस मालक तो असीं बलिहार जांदे हां, भाव के अपनी ताकत उहदे अगे अर्पण करदे हां। जल थल महीयल सोए, जिहड़ा अकाल पुरख वाहिगुरु पानी दे विच, जमीन दे विच ते जमीन दे उत्ते भी जिहड़ा अकाल पुरख वाहिगुरु है, उस मालक तो असीं बलिहार जांदे हां। अष्टपदी करन करावन करने जोग, अकाल पुरख वाहिगुरु सारा कुछ करन दे ते जीवां दे कोलों कराउण दे काबिल है, जोग है। जो तिस भावै सोई होग, जो उस वाहिगुरु नूं भाउंदा है, चंगा लगदा है, ਉਹੀ ਹੋਵੇਗਾ। ਖਿਨ ਮਹਿ ਥਾਪ ਉਥਾਪਨਹਾਰਾ, ਇੱਕ ਸੈਕਿੰਡ ਦੇ ਵਿੱਚ ਜੀਵਾਂ ਨੂੰ ਪੈਦਾ ਕਰ ਦਿੰਦਾ ਹੈ ਤੇ ਪੈਦਾ ਕਰਕੇ ਫਿਰ ਖਤਮ ਕਰਨ ਦੀ ਤਾਕਤ ਵੀ ਉਹ ਰੱਖਦਾ ਹੈ, ਖਤਮ ਕਰਨ ਵਾਲਾ ਵੀ ਹੈ। ਅੰਤ ਨਹੀਂ ਕਿਛ ਪਾਰਾਵਾਰਾ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਕਿਸੇ ਵੀ ਪਾਸੇ ਤੋਂ। ਹੁਕਮੇ ਧਾਰ ਆਧਾਰ ਰਹਾਵੇ, ਸਾਰੀ ਸ੍ਰਿਸ਼ਟੀ ਨੂੰ ਆਪਣੇ ਹੁਕਮ ਦੇ ਵਿੱਚ ਰੱਖਦਾ ਹੈ, ਮਰਿਆਦਾ ਦੇ ਵਿੱਚ ਰੱਖਦਾ ਹੈ ਤੇ ਫਿਰ ਕਿਸੇ ਆਸਰੇ ਤੋਂ ਬਿਨਾਂ ਸ੍ਰਿਸ਼ਟੀ ਨੂੰ ਰੱਖਦਾ ਹੈ।
ਧਰਤੀ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਸਤਿਗੁਰੂ ਕਹਿੰਦੇ ਆਧਾਰ ਰਹਾਵੈ ਦਾ ਭਾਵ ਹੈ ਬਿਨਾਂ ਕਿਸੇ ਆਧਾਰ ਦੇ ਸ੍ਰਿਸ਼ਟੀ ਨੂੰ ਬਚਾਉਂਦਾ ਹੈ। ਹੁਕਮੇ ਉਪਜੈ ਹੁਕਮ ਸਮਾਵੈ, ਜੀਵ ਉਹਦੇ ਹੁਕਮ ਦੇ ਵਿੱਚ ਪੈਦਾ ਹੁੰਦਾ ਹੈ ਤੇ ਹੁਕਮ ਦੇ ਵਿੱਚ ਹੀ ਸਮਾ ਜਾਂਦਾ ਹੈ। ਹੁਕਮੇ ਊਚ ਨੀਚ ਵਿਵਹਾਰ, ਜਿੰਨੇ ਵੀ ਕੰਮ ਹੋ ਰਹੇ ਨੇ ਭਾਵੇਂ ਚੰਗੇ ਨੇ ਤੇ ਭਾਵੇਂ ਮਾੜੇ ਨੇ, ਉਹਨਾਂ ਸਾਰਿਆਂ ਦੇ ਵਿੱਚ ਵਿਹਾਰ ਤਾਕਤ ਉਸ ਮਾਲਕ ਦਾ ਹੀ ਹੈ। ਹੁਕਮੇ ਅਨੇਕ ਰੰਗ ਪ੍ਰਕਾਰ, ਅਨੇਕਾਂ ਹੀ ਤਰੀਕਿਆਂ ਦੇ ਜਿਹੜੇ ਖੇਡ ਤਮਾਸ਼ੇ ਹੋ ਰਹੇ ਨੇ, ਰੰਗ ਹੋ ਰਹੇ ਨੇ, ਉਹਨਾਂ ਦੇ ਵਿੱਚ ਵੀ ਉਹ ਸਾਰੇ ਮਾਲਕ ਦੇ ਹੁਕਮ ਦੇ ਵਿੱਚ ਹੁੰਦੇ ਨੇ। ਹੁਕਮੇ ਕਰ ਕਰ ਦੇਖੈ ਆਪਣੀ ਵਡਿਆਈ, ਅਕਾਲ ਪੁਰਖ ਵਾਹਿਗੁਰੂ ਆਪਣੀ ਵਡਿਆਈ ਨੂੰ, ਆਪਣਿਆਂ ਕੰਮਾਂ ਨੂੰ ਕਰ ਕਰਕੇ ਵੇਖ ਕੇ ਤੇ ਖੁਸ਼ ਹੁੰਦਾ ਹੈ, ਸੰਭਾਲਦਾ ਹੈ। ਨਾਨਕ ਸਭ ਮਹਿ ਰਹਿਆ ਸਮਾਈ, ਤੇ ਸਾਰਿਆਂ ਦੇ ਵਿੱਚ ਉਹ ਵਾਹਿਗੁਰੂ ਜੋ ਹੈ ਉਹ ਸਮਾਇਆ ਹੋਇਆ ਹੈ। ਫਿਰ ਗੁਰੂ ਸਾਹਿਬ ਕਹਿੰਦੇ ਨੇ ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭੂ ਨੂੰ ਚੰਗਾ ਲੱਗੇ ਤੇ ਮਨੁੱਖ ਉੱਚੀ ਅਵਸਥਾ ਹਾਸਲ ਕਰ ਲੈਂਦਾ ਹੈ। ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭੂ ਨੂੰ ਚੰਗਾ ਲੱਗੇ ਤੇ ਪੱਥਰ ਦਿਲ ਵਾਲੇ ਬੰਦੇ ਵੀ ਤਾਰ ਦਿੰਦਾ ਹੈ। ਪ੍ਰਭ ਭਾਵੈ ਬਿਨ ਸਾਸ ਤੇ ਰੱਖੈ, ਪ੍ਰਭੂ ਨੂੰ ਭਾਵੇ ਤੇ ਬੰਦੇ ਨੂੰ ਸਾਹਾਂ ਤੋਂ ਬਿਨਾਂ ਵੀ ਰੱਖ ਲੈਂਦਾ ਹੈ। ਕਿਸੇ ਵੇਲੇ ਏਦਾਂ ਹੁੰਦਾ ਹੈ ਵੀ ਸਾਰੇ ਜਾਣੇ ਜਵਾਬ ਦੇ ਦਿੰਦੇ ਨੇ ਵੀ ਇਹ ਨਹੀਂ ਬਚਣਾ, ਇਹਦੇ ਤੇ ਸਾਰੀ ਜ਼ਿੰਦਗੀ ਖਤਮ ਹੋ ਗਈ, ਪਰ ਰੱਬ ਕੋਈ ਇਹੋ ਜਿਹੀ ਖੇਡ ਵਰਤਾ ਦਿੰਦਾ ਹੈ ਕਿ ਬਿਲਕੁਲ ਖਤਮ ਹੋਏ ਬੰਦੇ ਨੂੰ ਵੀ ਮਾਲਕ ਦੁਬਾਰਾ ਜ਼ਿੰਦਗੀ ਬਖਸ਼ ਦਿੰਦਾ ਹੈ। ਉਹਨੇ ਜਦੋਂ ਜਿਵਾਉਣਾ ਹੈ ਤੇ ਉਹਨੇ ਖੇਡ ਬਦਲ ਕੇ ਰੱਖ ਦੇਣੀ ਹੈ। ਕਿਸੇ ਵੇਲੇ ਹਜ਼ੂਰ ਕਹਿੰਦੇ ਨੇ ਕਿ ਰਾਜਾ ਰਾਮ ਮਾਇਆ ਫੇਰੀ, ਆਮ ਸਾਰੀ ਕਾਇਨਾਤ ਸਾਹਾਂ ਦੇ ਨਾਲ ਪੀਂਦੀ ਹੈ, ਪਰ ਜਿਹਨੂੰ ਰੱਬ ਨੇ ਰੱਖਣਾ ਹੋਵੇ ਉਹਨੂੰ ਦੂਸਰੇ ਪਾਸੇ ਤੋਂ ਵੀ ਮੌਕਾ ਬਖਸ਼ ਦਿੰਦਾ ਹੈ। ਇਹ ਸਾਰੀਆਂ ਖੇਡਾਂ ਨੇ ਅਕਾਲ ਪੁਰਖ ਵਾਹਿਗੁਰੂ ਦੀ ਸਮਰੱਥਾ ਦੀਆਂ। ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭੂ ਨੂੰ ਚੰਗਾ ਲੱਗਦਾ ਹੈ ਤਾਂ ਜੀਵ ਰੱਬ ਦੇ ਗੁਣਾਂ ਨੂੰ ਭਾਖਦਾ ਹੈ, ਬੋਲਦਾ ਹੈ। ਪ੍ਰਭ ਭਾਵੈ ਤਾਂ ਪਤਿਤ ਉਧਾਰੈ, ਪ੍ਰਭੂ ਨੂੰ ਭਾਵੇ ਤੇ ਡਿੱਗਿਆ ਹੋਇਆਂ ਨੂੰ ਰੱਬ ਚੁੱਕ ਲੈਂਦਾ ਹੈ। ਭਾਵ ਕਿ ਪਤਿਤ ਦਾ ਮਤਲਬ ਹੈ ਡਿੱਗਾ ਹੋਇਆ, ਕਮਜ਼ੋਰਾਂ ਨੂੰ ਮਾਲਕ ਚੁੱਕ ਲੈਂਦਾ ਹੈ। ਆਪ ਕਰੈ ਆਪਨ ਵਿਚਾਰੇ, ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਉਹਨਾਂ ਜੀਵਾਂ ਦੇ ਕਰਮਾਂ ਦੀ ਵਿਚਾਰ ਕਰਦਾ ਹੈ। ਫਿਰ ਗੁਰੂ ਸਾਹਿਬ ਕਹਿੰਦੇ ਦੋਹਾਂ ਸਿਰਿਆਂ ਕਾ ਆਪ ਸੁਆਮੀ, ਜਨਮ ਤੋਂ ਲੈ ਕੇ ਮੌਤ ਤੱਕ ਜਿਹੜੇ ਦੋ ਸਿਰੇ ਨੇ ਸਾਡੀ ਜ਼ਿੰਦਗੀ ਦੇ, ਸ਼ੁਰੂਆਤ ਤੇ ਜਿਹੜੀ ਐਂਡ ਹੈ, ਇਹਨਾਂ ਸਿਰਿਆਂ ਦਾ ਅਕਾਲ ਪੁਰਖ ਵਾਹਿਗੁਰੂ ਆਪ ਮਾਲਕ ਹੈ। ਖੇਲੈ ਬਿਗਸੈ ਅੰਤਰਜਾਮੀ, ਉਹ ਜੀਵਾਂ ਦੇ ਵਿੱਚ ਬੈਠਾ ਖੇਡਦਾ ਵੀ ਹੈ, ਜੀਵਾਂ ਦੇ ਵਿੱਚ ਬੈਠਾ ਖੁਸ਼ ਵੀ ਹੁੰਦਾ ਹੈ ਤੇ ਦਿਲਾਂ ਦੀ ਜਾਣਨ ਵੀ ਵਾਲਾ ਹੈ। ਅੰਤਰਜਾਮੀ ਹੈ, ਜੋ ਭਾਵੈ ਸੋ ਕਾਰ ਕਰਾਵੇ, ਜੋ ਵੀ ਉਹਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹ ਜੀਵਾਂ ਦੇ ਕੋਲੋਂ ਕਰਾਉਂਦਾ ਹੈ, ਕਿਰਤ ਕਰਾਉਂਦਾ ਹੈ। ਨਾਨਕ ਦ੍ਰਿਸ਼ਟੀ ਅਵਰ ਨਾ ਆਵੇ, ਇੰਨਾ ਵੱਡਾ ਇੰਨੀ ਤਾਕਤ ਵਾਲਾ ਉਹਦੇ ਤੋਂ ਬਿਨਾਂ ਹੋਰ ਕੋਈ ਨਜ਼ਰ ਨਹੀਂ ਆਉਂਦਾ ਹੈ। ਕਹੋ ਮਾਨੁਖ ਤੇ ਕਿਆ ਹੋਇਆ ਆਵੇ, ਸਤਿਗੁਰੂ ਕਹਿੰਦੇ ਨੇ ਵੀ ਬੰਦੇ ਦੇ ਕੋਲੋਂ ਕੀ ਹੋ ਸਕਦਾ ਹੈ। ਜੋ ਤਿਸ ਭਾਵੈ ਸੋਈ ਕਰਾਵੇ, ਜੋ ਰੱਬ ਨੂੰ ਪਾਉਂਦਾ ਹੈ ਰੱਬ ਉਹੀ ਕਰਾਉਂਦਾ ਹੈ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੈ, ਜੇ ਬੰਦੇ ਦੇ ਪੱਲੇ ਹੋਵੇ ਤੇ ਬੰਦਾ ਜੋ ਚਾਹੁੰਦਾ ਹੈ ਤੇ ਉਸੇ ਵੇਲੇ ਸਾਰਾ ਕੁਝ ਲੈ ਲਵੇ। ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਪਰ ਬੰਦੇ ਨੂੰ ਛੇਤੀ ਮਿਲਦੀ ਨਹੀਂ। ਜੇ ਬੰਦੇ ਦੇ ਹੱਥ ਦੇ ਵਿੱਚ ਹੋਵੇ ਤੇ ਗੁਰੂ ਸਾਹਿਬ ਕਹਿੰਦੇ ਸਭ ਕੁਝ ਹੀ ਲੈ ਲਵੇ। ਜੋ ਤਿਸ ਭਾਵੈ ਸੋਈ ਕਰੇ, ਜੋ ਵਾਹਿਗੁਰੂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਅਕਾਲ ਪੁਰਖ ਵਾਹਿਗੁਰੂ ਉਹੀ ਕੁਝ ਕਰਦਾ ਹੈ। ਅਨਜਾਨਤ ਵਿਖਿਆ ਮਹਿ ਰਚੈ, ਬੰਦੇ ਨੂੰ ਸਤਿਗੁਰੂ ਕਹਿੰਦੇ ਇੰਨੀ ਸਮਝ ਨਹੀਂ ਹੈ, ਅਣਜਾਣ ਹੈ ਬੰਦਾ, ਤਾਂ ਕਰਕੇ ਬੰਦਾ ਵਿਖਿਆ ਦਾ ਮਤਲਬ ਹੁੰਦਾ ਹੈ ਜ਼ਹਿਰ, ਮਾੜੀਆਂ ਆਦਤਾਂ, ਮਾੜੇ ਕੰਮ, ਉਹਦੇ ਵਿੱਚ ਰਚ ਜਾਂਦਾ ਹੈ, ਉਹਦੇ ਵਿੱਚ ਫਸ ਜਾਂਦਾ ਹੈ। ਜੇ ਜਾਣਤ ਆਪਨ ਆਪ ਬਚੈ, ਪਰ ਜੇ ਬੰਦੇ ਨੂੰ ਪਤਾ ਹੋਵੇ ਵੀ ਇਹ ਰਸਤਾ ਮੇਰੇ ਲਈ ਗਲਤ ਹੈ ਤੇ ਇੰਨਾ ਸਿਆਣਾ ਹੋਵੇ ਬੰਦਾ ਤੇ ਆਪਣੇ ਆਪ ਹੀ ਬਚ ਜਾਵੇ। ਬੰਦੇ ਨੂੰ ਸਮਝ ਨਹੀਂ ਹੈ ਨਾ, ਇਸ ਕਰਕੇ ਬੰਦਾ ਗਲਤੀ ਕਰਦਾ ਹੈ ਵਾਰ-ਵਾਰ। ਹਜ਼ੂਰ ਕਹਿੰਦੇ ਨੇ ਭਰਮੇ ਭੁੱਲਾ ਦਹ ਦਿਸਤਾਵੇ, ਬੰਦਾ ਭਰਮ ਦੇ ਵਿੱਚ ਭੁੱਲ ਕੇ ਭਟਕ ਕੇ ਹਰ ਥਾਂ ਦੇ ਉੱਤੇ ਭਟਕਦਾ ਫਿਰਦਾ ਹੈ, ਦਸਾਂ ਦਿਸ਼ਾਵਾਂ ਦੇ ਵਿੱਚ ਕਦੀ ਇੱਧਰ ਚਲਾ ਗਿਆ। ਨਿਮਖ ਮਾਹੇ 4 ਕੁੰਟ ਫਿਰ ਆਵੇ, 1 ਸੈਕਿੰਡ ਦੇ ਵਿੱਚ 4 ਕੁੰਟ ਮਤਲਬ 4 ਦਿਸ਼ਾਵਾਂ ਦੇ ਬਾਰੇ ਸੋਚਣ ਲੱਗ ਪੈਂਦਾ ਹੈ। ਮਨ ਜਿੱਥੋਂ ਤੱਕ ਮਰਜ਼ੀ ਸੋਚ ਲਵੇ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਕੇ ਜਿਹਨੂੰ ਆਪਣੀ ਭਗਤੀ ਦੀ ਦਾਤ ਬਖਸ਼ ਦਿੰਦਾ ਹੈ। ਨਾਨਕ ਤੇ ਜਨ ਨਾਮ ਮਿਲੇ, ਸਤਿਗੁਰੂ ਕਹਿੰਦੇ ਨੇ ਉਹ ਭਾਈ ਉਹ ਜਿਹੜੇ ਬੰਦੇ ਨੇ ਨਾ ਉਹ ਨਾਮ ਦੇ ਨਾਲ ਜੁੜ ਜਾਂਦੇ ਨੇ, ਭਾਵ ਕਿ ਨਾਮ ਦੇ ਵਿੱਚ ਧਿਆਨ ਲੱਗ ਜਾਂਦਾ ਹੈ। ਵਾਹਿਗੁਰੂ ਕਿੰਨਾ ਬੇਅੰਤ ਹੈ, ਖਿਨ ਮਹਿ ਨੀਚ ਕੀਟ ਕੋ ਰਾਜ, ਇੱਕ ਪਲ ਦੇ ਵਿੱਚ ਜਿਹੜੇ ਨੀਚ ਨੇ ਬਿਲਕੁਲ ਕੀੜਿਆਂ ਵਰਗੇ ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਨਾ, ਵਾਹਿਗੁਰੂ ਉਹਨਾਂ ਨੂੰ ਰਾਜ ਦੇ ਦਿੰਦਾ ਹੈ। ਪਾਰ ਬ੍ਰਹਮ ਗਰੀਬ ਨਿਵਾਜ, ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਜੋ ਹੈ ਉਹ ਗਰੀਬਾਂ ਨੂੰ ਨਿਵਾਜਣ ਵਾਲਾ ਹੈ। ਗਰੀਬ ਨਿਵਾਜ ਗੁਸਈਆਂ ਮੇਰਾ ਮਾਥੈ ਛਤਰ ਧਰੈ, ਜਾਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਬੰਦੇ ਵੱਲ ਵੇਖ ਕੇ ਲੋਕ ਇਹ ਕਹਿ ਦਿੰਦੇ ਨੇ ਨਾ
ਵੀ ਇਹਦੇ ਅੰਦਰ ਤੇ ਕੋਈ ਗੁਣ ਹੀ ਨਹੀਂ, ਇਹਨੇ ਨਹੀਂ ਕਿਸੇ ਪਾਸੇ ਲੱਗਣਾ, ਇਹ ਨਹੀਂ ਕਿਤੇ ਕਾਮਯਾਬ ਹੋਣਾ। ਸਤਿਗੁਰੂ ਕਹਿੰਦੇ ਰੱਬ ਚਾਵੇ ਤਿਸ ਤਤਕਾਲ ਦਸ ਦਿਸ ਪ੍ਰਗਟਾਵੇ, ਉਹਨੂੰ ਚਾਵੇ ਤੇ ਮਾਲਕ ਉਸੇ ਵੇਲੇ ਦਸਾਂ ਦਿਸ਼ਾਵਾਂ ਦੇ ਵਿੱਚ ਭਾਵ ਕਿ ਸਾਰੇ ਸੰਸਾਰ ਦੇ ਵਿੱਚ ਪ੍ਰਸਿੱਧ ਕਰ ਦੇਵੇ। ਜਾਕੋ ਆਪਣੀ ਕਰੇ ਬਖਸ਼ੀਸ਼, ਜਿਨ੍ਹਾਂ ਦੇ ਉੱਤੇ ਵਾਹਿਗੁਰੂ ਆਪਣੀ ਬਖਸ਼ਿਸ਼ ਕਰ ਦਿੰਦਾ ਹੈ। ਤਾਕਾ ਲੇਖਾ ਨਾ ਗਣੈ ਜਗਦੀਸ਼, ਫਿਰ ਉਹਨਾਂ ਦਾ ਲੇਖਾ ਨਹੀਂ ਗਿਣਦਾ, ਭਾਵ ਕਿ ਉਹਨਾਂ ਦਾ ਹਿਸਾਬ ਕਿਤਾਬ ਨਹੀਂ ਕਰਦਾ ਕੋਈ, ਆਪ ਹੀ ਬਖਸ਼ ਦਿੰਦਾ ਹੈ ਉਹਨਾਂ ਨੂੰ। ਜੀਓ ਪਿੰਡ ਸਭ ਤਿਸ ਕੀ ਰਾਸ, ਜੀਓ ਦਾ ਮਤਲਬ ਹੈ ਸਾਡੇ ਅੰਦਰ ਜਿਹੜਾ ਆਤਮਾ ਹੈ, ਪਿੰਡ ਦਾ ਮਤਲਬ ਹੈ ਸਾਡਾ ਸਰੀਰ। ਗੁਰੂ ਸਾਹਿਬ ਕਹਿੰਦੇ ਨੇ ਆ ਸਰੀਰ ਤੇ ਆਤਮਾ ਸਭ ਉਸ ਮਾਲਕ ਦੀ ਬਖਸ਼ਿਸ਼ ਹੋਈ ਰਾਸ ਹੈ, ਸਾਨੂੰ ਪੂੰਜੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਗਾਸ, ਸਾਰਿਆਂ ਦੇ ਵਿੱਚ ਵਿਆਪਕ ਹੈ ਤੇ ਸਾਰਿਆਂ ਦੇ ਵਿੱਚ ਕੰਪਲੀਟ ਹੈ, ਸਾਰਿਆਂ ਦੇ ਵਿੱਚ ਉਹਦਾ ਚਾਨਣ ਹੈ। ਆਪਣੀ ਬਣਤ ਆਪ ਬਣਾਈ, ਅਕਾਲ ਪੁਰਖ ਵਾਹਿਗੁਰੂ ਨੇ ਆ ਸ੍ਰਿਸ਼ਟੀ ਦੀ ਬਣਤਰ ਜਿਹੜੀ ਹੈ ਨਾ ਉਹ ਆਪ ਬਣਾਈ ਹੈ। ਨਾਨਕ ਜੀਵੈ ਦੇਖ ਵਡਾਈ, ਤੇ ਸਤਿਗੁਰੂ ਕਹਿੰਦੇ ਨੇ ਵੀ ਉਸ ਅਕਾਲ ਪੁਰਖ ਦੀ ਵਡਿਆਈ ਵੇਖ ਕੇ ਤੇ ਅਸੀਂ ਜੀਂਦੇ ਹਾਂ। ਮਾਲਕ ਆਪਣੀ ਖੇਡ ਵੇਖ ਕੇ ਵੀ ਖੁਸ਼ ਹੁੰਦਾ ਹੈ। ਸਤਿਗੁਰੂ ਕਹਿੰਦੇ ਨੇ ਵੀ ਅਸੀਂ ਉਸ ਮਾਲਕ ਦੀ ਵਡਿਆਈ ਵੇਖ ਕੇ ਖੁਸ਼ ਹੁੰਦੇ ਹਾਂ। ਇਸਕਾ ਬਲ ਨਹੀਂ ਇਸ ਹਾਥ, ਬੰਦੇ ਦੀ ਤਾਕਤ ਬੰਦੇ ਦੇ ਹੱਥ ਦੇ ਵਿੱਚ ਨਹੀਂ ਹੈ। ਸਾਨੂੰ ਲੱਗਦਾ ਵੀ ਸਾਡੀ ਤਾਕਤ ਸਾਡੇ ਹੱਥ ਦੇ ਵਿੱਚ ਹੈ, ਪਰ ਜਦੋਂ ਬੰਦਾ ਬਜ਼ੁਰਗ ਹੋ ਜਾਂਦਾ ਫਿਰ ਤਾਕਤ ਕਿੱਥੇ ਚਲੀ ਜਾਂਦੀ ਹੈ। ਕਰਨ ਕਰਾਵਨ ਸਰਬ ਕੋ ਨਾਥ, ਭਾਈ ਸਾਰਾ ਕੁਝ ਕਰਾਉਣ ਵਾਲਾ ਤੇ ਸਾਰਿਆਂ ਦਾ ਜਿਹੜਾ ਨਾਥ ਮਾਲਕ ਹੈ ਉਹ ਹੈ ਆਗਿਆਕਾਰੀ ਬਪੁਰਾ ਜੀਓ। ਜੀਵ ਤੇ ਵਿਚਾਰਾ ਹੱਥ ਬੰਨ ਕੇ ਸਿਰਫ ਆਗਿਆ ਹੀ ਮੰਨਦਾ ਹੈ। ਜੋ ਤਿਸ ਭਾਵੈ ਸੋਈ ਪੁਨ ਥੀਓ, ਹਜ਼ੂਰ ਕਹਿੰਦੇ ਜੋ ਉਸ ਮਾਲਕ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਫਿਰ ਹੁੰਦਾ ਹੈ। ਕਬਹੂ ਊਚ ਨੀਚ ਮੈਂ ਬਸੈ, ਜੀਵ ਤੇ ਵਿਚਾਰਾ ਕਿਉਂਕਿ ਰੱਬ ਜਿਹੜੇ ਪਾਸੇ ਲਾ ਦਿੰਦਾ ਹੈ, ਜੀਵ ਕਦੀ ਬਿਲਕੁਲ ਉੱਚੇ ਸੁਭਾਅ ਵਾਲਾ ਹੋ ਗਿਆ, ਕਦੀ ਬਿਲਕੁਲ ਹੀ ਨੀਵੇਂ ਸੁਭਾਅ ਵਾਲਾ ਹੋ ਗਿਆ। ਕਬਹੂ ਸੋਗ ਹਰਖ ਰੰਗ ਹੱਸੈ, ਕਦੀ ਇਹ ਬੜਾ ਗਮੀ ਦੇ ਵਿੱਚ ਚਲਾ ਜਾਂਦਾ ਹੈ ਜੀਵ, ਕਦੀ ਬੜਾ ਖੁਸ਼ੀ ਦੇ ਵਿੱਚ ਲੱਗ ਜਾਂਦਾ ਹੈ, ਹੱਸੀ ਜਾਂਦਾ ਹੈ। ਕਬਹੂ ਨਿੰਦ ਚਿੰਦ ਵਿਵਹਾਰ, ਤੇ ਕਦੀ ਇਹਦਾ ਵਿਹਾਰ ਹੀ ਇਹ ਬਣ ਜਾਂਦਾ ਵੀ ਇਹਨੇ ਨਿੰਦਾ ਹੀ ਕਰਨੀ ਆ ਲੋਕਾਂ ਦੀ। ਕਬਹੂ ਊਬ ਆਕਾਸ਼ ਪਿਆਲ, ਕਿਤੇ ਤੇ ਇਹ ਆਕਾਸ਼ ਦੇ ਉੱਪਰ ਪਹੁੰਚ ਗਿਆ, ਭਾਵ ਕਿ ਉੱਚੀਆਂ ਥਾਵਾਂ ਤੇ ਚਲਾ ਗਿਆ। ਕਬਹੂ ਊਬ ਜਿਹੜਾ ਹੈ ਉਹ ਪਤਾਲ ਹੋ ਗਿਆ, ਭਾਵ ਕਿ ਜ਼ਮੀਨ ਦੇ ਵਿੱਚ ਜਾ ਕੇ ਬੈਠ ਗਿਆ, ਭਾਵ ਕਿ ਕਦੀ ਬਿਲਕੁਲ ਨੀਵੇਂ ਲੈਵਲ ਤੇ ਚਲ ਗਿਆ, ਉਦਾਸ ਹੀ ਇੰਨਾ ਹੋ ਗਿਆ, ਕਦੀ ਬਿਲਕੁਲ ਉੱਤੇ ਚਲ ਗਿਆ ਵੀ ਪਰਵਾਹ ਹੀ ਨਹੀਂ ਕਰਦਾ ਕਿਸੇ ਦੀ। ਕਬਹੂ ਬੇਤਾ ਬ੍ਰਹਮ ਵਿਚਾਰ, ਤੇ ਕਦੇ ਇਹ ਬੜੀਆਂ ਰੱਬ ਦੀਆਂ ਗੱਲਾਂ ਸੁਣਨ ਵਾਲਾ ਬੇਤਾ ਬਣ ਜਾਂਦਾ, ਰੱਬ ਦੀ ਵਿਚਾਰ ਕਰਨ ਲੱਗ ਪੈਂਦਾ ਹੈ। ਸਤਿਗੁਰੂ ਕਹਿੰਦੇ ਨੇ ਜੀਵ ਤੇ ਕਈ ਕੁਝ ਕਰਦਾ ਹੈ, ਨਾਨਕ ਆਪ ਮਿਲਾਵਣਹਾਰ, ਅਕਾਲ ਪੁਰਖ ਵਾਹਿਗੁਰੂ ਆਪ ਜੀਵ ਨੂੰ ਆਪਣੇ ਨਾਲ ਮਿਲਾਉਣ ਵਾਲਾ ਹੈ। ਕਬਹੂ ਨਿਰਤ ਕਰੈ ਬਹੁ ਭਾਂਤ, ਜੀਵ ਕੀ ਕਰਦਾ ਹੈ, ਕਦੀ ਨੱਚਣ ਲੱਗ ਪੈਂਦਾ ਹੈ ਤਰੀਕਿਆਂ ਦੇ ਨਾਲ, ਕਦੀ ਮਾਇਆ ਦੇ ਅੱਗੇ ਨੱਚਣ ਲੱਗ ਪਿਆ, ਕਦੀ ਕਿਸੇ ਚੀਜ਼ ਦੇ ਅੱਗੇ ਨੱਚਣ ਲੱਗ ਪਿਆ। ਕਬਹੂ ਸੋਏ ਰਹੇ ਦਿਨ ਰਾਤ, ਤੇ ਕਦੀ ਸੁੱਤਾ ਹੀ ਰਹਿੰਦਾ ਹੈ, ਇੰਨਾ ਆਲਸੀ ਹੋ ਜਾਂਦਾ ਹੈ। ਕਬਹੂ ਮਹਾ ਕ੍ਰੋਧ ਵਿਕਰਾਲ, ਤੇ ਕਿਤੇ ਬੜਾ ਵੱਡਾ ਵਿਕਰਾਲ ਕ੍ਰੋਧੀ ਹੋ ਜਾਂਦਾ ਵੀ ਇਹਨੂੰ ਪਤਾ ਹੀ ਨਹੀਂ ਲੱਗਦਾ, ਇੰਨੇ ਗੁੱਸੇ ਦੇ ਵਿੱਚ ਆ ਜਾਂਦਾ ਹੈ। ਕਬਹੂ ਸਰਬ ਕੀ ਹੋ ਤਰਵਾਲ, ਸਤਿਗੁਰੂ ਕਹਿੰਦੇ ਨੇ ਕਿਤੇ ਫਿਰ ਉਹ ਸਾਰਿਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ, ਭਾਵ ਕਿ ਇੱਕ ਵਾਰੀ ਇੰਨਾ ਗੁੱਸਾ ਆ ਗਿਆ ਤੇ ਦੂਜੇ ਵਾਰੀ ਪੈਰਾਂ ਨੂੰ ਹੱਥ ਲਾਈ ਜਾਂਦਾ ਹੈ ਬੰਦਾ। ਕਬਹੂ ਹੋਏ ਬਹਿ ਬੜ ਰਾਜਾ, ਕਿਤੇ ਤੇ ਉਹ ਬੜਾ ਰਾਜਾ ਮਹਾਰਾਜਾ ਬਣ ਕੇ ਬਹਿ ਜਾਂਦਾ ਹੈ। ਤੇ ਕਬਹੂ ਭਿਖਾਰੀ ਨੀਚ ਕਾ ਸਾਜਾ, ਤੇ ਕਿਤੇ ਮੰਗਤਾ ਬਣ ਕੇ ਬਹਿ ਜਾਂਦਾ ਹੈ। ਕਬਹੂ ਅਪ ਕੀਰਤ ਮੈਂ ਆਵੇ, ਤੇ ਕਿਤੇ ਕਿਤੇ ਬੰਦਾ ਆਪਣੀ ਬਦਨਾਮੀ ਕਰਾਈ ਜਾਂਦਾ ਹੈ। ਕਬਹੂ ਭਲਾ ਭਲਾ ਕਹਾਵੇ, ਤੇ ਕਿਤੇ ਉਸ ਬੰਦੇ ਦੀ ਤਾਰੀਫ ਹੋਣੀ ਸ਼ੁਰੂ ਹੋ ਜਾਂਦੀ ਹੈ, ਸਾਰੇ ਕਹਿੰਦੇ ਨੇ ਵੀ ਬੜਾ ਭਲਾ ਕੀਤਾ ਤੂੰ। ਹਜ਼ੂਰ ਕਹਿੰਦੇ ਜਿਉਂ ਪ੍ਰਭ ਰਾਖਿਆ ਤਿਵ ਹੀ ਰਹਿ, ਅਸਲ ਦੇ ਵਿੱਚ ਉਹਦੇ ਅੰਦਰ ਬੈਠਾ ਮਾਲਕ ਜਿੱਦਾਂ ਜਿੱਦਾਂ ਉਹਨੂੰ ਰੱਖਦਾ ਹੈ ਉਹ ਉਦਾਂ ਹੀ ਰਹਿੰਦਾ ਹੈ। ਗੁਰਪ੍ਰਸਾਦ ਨਾਨਕ ਸੱਚ ਕਹੈ, ਉਹੀ ਬੰਦਾ ਉਸ ਮਾਲਕ ਨੂੰ ਆਖਦਾ ਹੈ ਜਿਹਨੂੰ ਮਾਲਕ ਆਪਣਾ ਭਾਣਾ ਮਨਾ ਲੈਂਦਾ ਹੈ, ਵੀ ਜਿੱਦਾਂ ਉਹ ਰੱਖਦਾ ਹੈ ਜਿਹੜਾ ਜੀਵ ਉਦਾਂ ਰਹਿੰਦਾ ਹੈ, ਉਹ ਫਿਰ ਸੱਚ ਨੂੰ ਆਖਦਾ ਹੈ, ਵਾਹਿਗੁਰੂ ਨੂੰ ਆਖਦਾ ਹੈ। ਜੀਵ ਕੀ ਕਰਦਾ ਹੈ, ਕਬਹੂ ਹੋਏ ਪੰਡਿਤ ਕਰੇ ਬਖਿਆਨ, ਕਿਤੇ ਪੰਡਿਤ ਬਣ ਕੇ ਵਿਆਖਿਆ ਕਰਨ ਲੱਗ ਪਿਆ, ਜਿੱਦਾਂ ਹੁਣ ਮੇਰੇ ਵਰਗਾ ਲੱਗਾ ਹੋਇਆ ਹੈ। ਕਬਹੂ ਮੋਨ ਧਾਰੀ ਲਾਵੇ ਧਿਆਨ, ਤੇ ਕਿਤੇ ਮੋਨੀ ਬਣ ਗਿਆ, ਚੁੱਪ ਕਰਕੇ ਬੈਠ ਗਿਆ, ਧਿਆਨ ਲਗਾਉਣ ਲੱਗ ਪਿਆ। ਕਬਹੂ ਤਟ ਤੀਰਥ ਇਸ਼ਨਾਨ, ਸਤਿਗੁਰੂ ਕਹਿੰਦੇ ਕਿਤੇ ਉਹ ਤੀਰਥ ਦੇ ਤੱਟ ਦੇ ਉੱਤੇ, ਤੀਰਥ ਦੇ ਕੰਢੇ ਦੇ ਉੱਤੇ ਇਸ਼ਨਾਨ ਕਰਨ ਲੱਗ ਪਿਆ। ਕਬਹੂ ਸਿੱਧ ਸਾਧਿਕ ਮੁਖ ਗਿਆਨ, ਕਿਤੇ ਬੜਾ ਵੱਡਾ ਸਿੱਧ ਬਣ ਗਿਆ, ਸਾਧਿਕ ਬਣ ਗਿਆ, ਜਿਹੜਾ ਅਜੇ ਸਾਧਨਾ ਕਰਦਾ ਪਿਆ ਹੈ, ਤੇ ਮੁਖ ਤੋਂ ਗਿਆਨੀ ਬਣ ਗਿਆ, ਭਾਵ ਮੂੰਹ ਤੋਂ ਬੜੀਆਂ ਗੱਲਾਂ ਸੁਣਾ ਰਿਹਾ ਹੈ ਲੋਕਾਂ ਨੂੰ। ਕਬਹੂ ਕੀਟ ਹਸਤ ਪਤੰਗ ਹੋਏ ਜੀਆ, ਕਿਤੇ ਉਹ ਜਿਹੜਾ ਹੈ ਜੀਵ ਕੀੜਾ ਹਾਥੀ ਪਤੰਗਾ ਇਹੋ ਜਿਹੇ ਜੀਵਾਂ ਦੇ ਵਿੱਚ ਵਿਚਰ ਕੇ ਅਨਿਕ ਜੋਨ ਪਰ ਮੈਂ ਪਰਮਈਆ,
ਅਨੇਕਾਂ ਜੂਨਾਂ ਦੇ ਵਿੱਚ ਭਟਕਦਾ ਪਿਆ ਹੈ, ਜੀਵਨ ਤੇ ਉਧਰ ਵੀ ਚੱਲਦਾ ਪਿਆ ਹੈ ਨਾ, ਭਟਕਣਾ ਉਧਰ ਵੀ ਹੈ। ਹਜ਼ੂਰ ਕਹਿੰਦੇ ਨੇ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ। ਸਵਾਂਗੀ ਦਾ ਮਤਲਬ ਹੁੰਦਾ ਹੈ ਨਾਟਕਕਾਰ, ਭੇਖ ਧਾਰਨ ਕਰਨ ਵਾਲਾ। ਜਿੱਦਾਂ ਨਾਟਕ ਕਰਨ ਵਾਲਾ ਕਈ ਤਰੀਕਿਆਂ ਦੇ ਭੇਖ ਦਿਖਾਉਂਦਾ ਹੈ, ਵੀ ਇੱਕ ਵਾਰ ਉਹ ਵੇਖੋ ਵਿਲਨ ਵੀ ਬਣ ਜਾਂਦਾ ਹੈ, ਐਕਟਰ ਵੀ ਬਣ ਜਾਂਦਾ ਹੈ, ਕਿਤੇ ਬੜਾ ਵੱਡਾ ਦਾਨੀ ਬਣ ਗਿਆ, ਕਿਤੇ ਬੜਾ ਵੱਡਾ ਲੋਕਾਂ ਨੂੰ ਮਾਰਨ ਵਾਲਾ ਬਣ ਗਿਆ। ਉਹ ਕੀ ਹੈ, ਅਸਲ ਦੇ ਵਿੱਚ ਤੇ ਉਦਾਂ ਦਾ ਨਹੀਂ ਹੈ, ਉਹ ਸਿਰਫ ਇੱਕ ਭੇਖ ਵਿਖਾ ਰਿਹਾ ਹੈ। ਸਤਿਗੁਰੂ ਕਹਿੰਦੇ ਜਿੱਦਾਂ ਇੱਕ ਨਾਟਕਕਾਰ ਬੜੇ ਤਰੀਕਿਆਂ ਦੇ ਭੇਖ ਵਿਖਾਉਂਦਾ ਹੈ ਨਾ, ਇਦਾਂ ਬੰਦਾ ਤੇ ਇੱਕ ਹੀ ਹੁੰਦਾ ਹੈ, ਪਰ ਕਈ ਤਰੀਕਿਆਂ ਦੀਆਂ ਖੇਡਾਂ ਖੇਡਦਾ ਫਿਰਦਾ ਹੈ। ਜਿਉਂ ਪ੍ਰਭ ਭਾਵੈ ਤੇ ਮੈਂ ਨਚਾਵੇ। ਜਿੱਦਾਂ ਰੱਬ ਨੂੰ ਭਾਉਂਦਾ ਹੈ, ਰੱਬ ਉਦਾਂ ਜੀਵ ਨੂੰ ਨਚਾਉਂਦਾ ਹੈ। ਜੋ ਤਿਸ ਭਾਵੈ ਸੋਈ ਹੋਏ। ਜੋ ਮਾਲਕ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ, ਉਹੀ ਇਸ ਸੰਸਾਰ ਦੇ ਵਿੱਚ ਵਾਪਰਦਾ ਹੈ। ਨਾਨਕ ਦੂਜਾ ਅਵਰ ਨਾ ਕੋਏ। ਉਸ ਵਾਹਿਗੁਰੂ ਤੋਂ ਬਿਨਾਂ ਇੰਨੀ ਤਾਕਤ ਵਾਲਾ ਹੋਰ ਕੋਈ ਨਹੀਂ ਹੈ। ਆਖਰੀ ਪਦਾ ਹੈ ਇਸ ਅਸ਼ਟਪਦੀ ਦਾ, ਕਬਹੂ ਸਾਧ ਸੰਗਤ ਇਹ ਪਾਵੇ। ਕਦੀ ਕਦੀ ਬੰਦਾ ਵੇਖੋ ਕੀ ਕਰਦਾ ਹੈ, ਕਿ ਸਾਧ ਸੰਗਤ ਦੇ ਵਿੱਚ ਚਲਾ ਜਾਂਦਾ ਹੈ, ਉਸ ਅਸਥਾਨ ਤੇ ਬਹੁਰ ਨਾ ਆਵੇ। ਸੰਗਤ ਦੇ ਵਿੱਚ ਜਾ ਕੇ ਇਹਨੂੰ ਜਿਹੜੇ ਗੁਣ ਮਿਲਦੇ ਨੇ ਨਾ, ਜਿਹੜੀ ਗੱਲ ਸਿੱਖ ਲੈਂਦਾ ਹੈ, ਬਾਅਦ ਚ ਕਦੀ ਭੁੱਲਦੀ ਨਹੀਂ ਹੈ ਇਹਨੂੰ। ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਇਹਦੀ ਅਵਸਥਾ ਬਣ ਜਾਂਦੀ ਹੈ ਨਾ, ਵਾਰ-ਵਾਰ ਉਸ ਅਵਸਥਾ ਤੋਂ ਫਿਰ ਥੱਲੇ ਨਹੀਂ ਆਉਂਦਾ ਹੈ। ਅੰਤਰ ਹੋਏ ਗਿਆਨ ਪ੍ਰਗਾਸ, ਇਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਚਾਨਣ ਹੋ ਜਾਂਦਾ ਹੈ। ਉਸ ਅਸਥਾਨ ਕਾ ਨਹੀਂ ਵਿਨਾਸ਼। ਸੰਗਤ ਦਾ ਤੇ ਸੰਗਤ ਦੇ ਵਿੱਚ ਬੈਠਾ ਜਿਹੜਾ ਸਾਡਾ ਮਨ, ਜਿਹੜੇ ਸਟੇਟ ਆਫ ਮਾਈਂਡ ਦੇ ਉੱਤੇ ਅਸੀਂ ਪਹੁੰਚ ਜਾਂਦੇ ਹਾਂ, ਉਹਦਾ ਕਦੀ ਨਾਸ਼ ਨਹੀਂ ਹੁੰਦਾ ਹੈ। ਮਨ ਤਨ ਨਾਮ ਰਤੇ ਇੱਕ ਰੰਗ। ਸਤਿਗੁਰੂ ਕਹਿੰਦੇ ਭਾਈ, ਜਿਹੜੇ ਬੰਦੇ ਸੰਗਤ ਦੇ ਵਿੱਚ ਜੁੜਦੇ ਨੇ, ਉਹ ਮਨ ਤੇ ਤਨ ਕਰਕੇ ਨਾਮ ਦੇ ਵਿੱਚ ਪਿਆਰ ਦੇ ਨਾਲ ਰੰਗੇ ਰਹਿੰਦੇ ਨੇ, ਜੁੜੇ ਰਹਿੰਦੇ ਨੇ। ਸਦਾ ਬਸਹਿ ਪਾਰ ਬ੍ਰਹਮ ਕੈ ਸੰਗ। ਉਹ ਹਮੇਸ਼ਾ ਪਾਰ ਬ੍ਰਹਮ ਦੇ ਨਾਲ ਵਸਦੇ ਨੇ। ਜਿਉਂ ਜਲ ਮਹਿ ਜਲ ਆਏ ਖਟਾਨਾ। ਜਿੱਦਾਂ ਇੱਕ ਪਾਣੀ ਦੇ ਵਿੱਚ ਦੂਜਾ ਪਾਣੀ ਮਿਲ ਜਾਂਦਾ ਹੈ। ਜਿੱਦਾਂ ਆਪਾਂ ਉਦਾਹਰਨ ਲੈਂਦੇ ਹਾਂ ਕਿ ਹੁਣ ਗਰਮੀਆਂ ਆ ਰਹੀਆਂ ਨੇ, ਠੰਡਾ ਪਾਣੀ ਤੇ ਨਾਰਮਲ ਪਾਣੀ ਮਿਕਸ ਕਰਕੇ ਜਦੋਂ ਅਸੀਂ ਵੇਖਦੇ ਹਾਂ ਤੇ ਕੋਈ ਨਹੀਂ ਪਤਾ ਲੱਗਦਾ ਵੀ ਠੰਡਾ ਕਿਹੜਾ ਹੈ ਤੇ ਨਾਰਮਲ ਕਿਹੜਾ ਹੈ। ਇਸ ਤਰ੍ਹਾਂ ਜਿੱਦਾਂ ਇੱਕ ਪਾਣੀ ਦੇ ਵਿੱਚ ਦੂਜਾ ਪਾਣੀ ਮਿਲ ਜਾਂਦਾ ਹੈ ਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਇਦਾਂ ਉਹਨਾਂ ਬੰਦਿਆਂ ਦੀ ਜੋਤ ਮਾਲਕ ਦੇ ਨਾਲ ਮਿਲ ਜਾਂਦੀ ਹੈ, ਭਾਵ ਕਿ ਰੱਬ ਨਾਲੋਂ ਵੱਖਰੇ ਨਹੀਂ ਰਹਿ ਜਾਂਦੇ। ਮਿਟ ਗਏ ਗਵਨ ਪਾਏ ਵਿਸਰਾਮ। ਉਹਨਾਂ ਬੰਦਿਆਂ ਦਾ ਗਵਨ ਭਾਵ ਕਿ ਭਟਕਣਾ ਆਉਣਾ ਜਾਣਾ ਖਤਮ ਹੋ ਜਾਂਦਾ ਹੈ, ਵਿਸ਼ਰਾਮ ਪਾ ਲੈਂਦੇ ਨੇ, ਆਰਾਮ ਪਾ ਲੈਂਦੇ ਨੇ। ਨਾਨਕ ਪ੍ਰਭ ਕੈ ਸਦ ਕੁਰਬਾਨ। ਸਤਿਗੁਰੂ ਕਹਿੰਦੇ ਨੇ ਉਹ ਫਿਰ ਹਮੇਸ਼ਾ ਹੀ ਪ੍ਰਭੂ ਤੋਂ ਬਲਿਹਾਰ ਜਾਂਦੇ ਨੇ, ਪ੍ਰਭੂ ਤੋਂ ਸਦਕੇ ਜਾਂਦੇ ਨੇ। ਗੁਰੂ ਬਖਸ਼ਿਸ਼ ਦੇ ਸਦਕਾ ਇਹ ਦੋ ਅਸ਼ਟਪਦੀਆਂ ਅੱਜ ਅਸੀਂ ਵਿਚਾਰੀਆਂ ਨੇ। ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਤੁਸੀਂ ਸਮਾਂ ਭਰਿਆ ਹੈ। ਬੇਨਤੀ ਕਰਦੇ ਹਾਂ ਆਪ ਜੀ ਦੇ ਚਰਨਾਂ ਦੇ ਵਿੱਚ ਵਿਆਖਿਆ ਕਰਦਿਆਂ ਕੁਝ ਸ਼ਬਦਾਂ ਦੀ ਮੇਰੇ ਪਾਸੋਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।